ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਵੈਭੰ ਗੁਰ ਪ੍ਰਸਾਦ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁਤੈ। ਸਾਰੇ ਪੜ੍ਹਦੇ। ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੁੰਬਿ ਅਤੇ ਕਤੰਚ ਚਪਲ ਮੋਹਨੀ ਰੂਪੰ ਵੇਖੰਤੇ ਤਿਆਗੰ ਕ੍ਰੋਧ। ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਧਯੰ ਅਚੁੱਤ ਤਨੈ। ਕਤੰਚ ਮਾਤਾ ਕਤੰਚ ਪਿਤਾ। ਇਹਦੀ ਆਖਰੀ ਪੰਕਤੀ ਹੈਗੀ ਆ ਰਹੰਤ ਸੰਗ ਭਗਵਾਨ ਸਿਮਰਨ। ਰਹੰਤ ਸੰਗ ਭਗਵਾਨ ਸਿਮਰਨ। ਜਿਹੜੇ ਭਗਵਾਨ ਦੇ ਨਾਲ ਜੁੜੇ ਰਹਿੰਦੇ ਨੇ, ਸਿਮਰਨ ਕਰਦੇ ਰਹਿੰਦੇ ਨੇ, ਜੁੜੇ ਰਹਿਣ ਦਾ ਸਿਮਰਨ ਕਰ ਯਾਦ ਰਹਿੰਦਾ ਹੈ, ਜਿਨ੍ਹਾਂ ਨੂੰ ਇਹ ਚੇਤਾ ਰਹਿੰਦਾ ਕਿ ਭਗਵਾਨ ਨਾਲ ਜੁੜਿਆ ਰਹਿਣ ਵਿੱਚ ਹੀ ਸਤ ਜੀਵਨ ਹੈ। ਆਪਣੇ ਮੂਲ ਨਾਲ ਟੁੱਟਣ ਵਾਲੇ ਮਾਇਆ 'ਚ ਚਲੇ ਜਾਈਦਾ, ਜੰਮਣ ਮਰਨ ਦੇ ਗੇੜ 'ਚ ਫਸ ਜਾਈਦਾ। ਉਹ ਕੀ ਕਰਦੇ ਨੇ? ਉਹਨਾਂ ਭਗਵਾਨ ਸਿਮਰਨ, ਭਗਵਾਨ ਦੇ ਸਿਮਰਨ ਵਿੱਚ ਜਿਹੜੇ ਰਹਿੰਦੇ ਨੇ, ਨਾਨਕ ਲਬਧਯੰ ਅਚੁੱਤ ਤਨੈ। ਉਹ ਜਿਨ੍ਹਾਂ ਨੂੰ ਕਿ ਉਹ ਤਨ ਮਿਲ ਜਾਂਦਾ ਹੈ ਜਿਹੜਾ ਸੰਸਾਰੀ ਮਾਇਆ ਦਾ ਜਨਮ ਨਹੀਂ ਹੁੰਦਾ, ਜਿਹੜਾ ਮਾਂ ਦੇ ਪੇਟ 'ਚੋਂ ਪੈਦਾ ਨਹੀਂ ਹੁੰਦਾ, ਉਹ ਸਰੀਰ ਮਿਲਦਾ ਉਹਨਾਂ ਨੂੰ। ਅਚੁੱਤ ਤਨ ਲਬਧਯੰ ਅਚੁੱਤ ਤਨ। ਹਾਂ, ਉਹ ਜਿਹੜਾ ਨਿਰਾਕਾਰੀ ਸਰੀਰ ਅਸਲੀ ਦੇਹੀ ਹੈ, ਗੁਪਤ, ਜਿਹੜੇ ਉਹਦੀ ਪ੍ਰਾਪਤੀ ਕਰ ਲੈਂਦੇ ਨੇ, ਉਹ ਕੀ ਕਰਦੇ ਰਹਿੰਦੇ ਨੇ? ਉਹ ਕੌਣ ਹੁੰਦੇ ਨੇ? ਉਹਨਾਂ ਦੇ ਰੱਤੀ ਭਰ ਵੀ ਮੋਹ ਨਹੀਂ ਹੁੰਦਾ। ਕਤੰਚ ਮਾਤਾ ਕਤੰਚ ਪਿਤਾ। ਕਤੰਚ ਰੱਤੀ ਭਰ ਵੀ ਮਾਂ ਦਾ ਮੋਹ ਨਹੀਂ ਹੁੰਦਾ, ਰੱਤੀ ਭਰ ਵੀ ਪਿਓ ਦਾ ਮੋਹ ਨਹੀਂ ਹੁੰਦਾ। ਜਿਹੜੇ ਉਹ ਆਖਰੀ ਪੰਕਤੀ ਹੈ ਪ੍ਰਾਪਤੀ, ਪਹਿਲੀ ਹੈ ਤਿਆਗ। ਪਹਿਲੀਆਂ ਪੰਕਤੀਆਂ ਦਾ ਤਿਆਗ, ਇੰਨਾ ਕੁਛ ਤਿਆਗ ਕਰਕੇ ਤਾਂ ਉਹ ਅਵਸਥਾ ਪ੍ਰਾਪਤ ਹੁੰਦੀ ਹੈ। ਰੱਤੀ ਪਰ ਵੀ ਕਤੰਚਾ, ਰੱਤੀ ਪਰ ਵੀ ਹਵਾ ਸਮਾਨ ਵੀ ਜੇ ਮੋਹ ਹੋਊਗਾ ਤਾਂ ਨਹੀਂ ਉਹ ਪ੍ਰਾਪਤੀ ਹੋ ਸਕਦੀ। ਕਤੰਚ ਕਤਈ ਨਹੀਂ, ਬਿਲਕੁਲ ਵੀ ਨਹੀਂ ਉਹਨਾਂ ਦੇ ਅੰਦਰ ਮੋਹ। ਕਾਹਦਾ? ਮਾਂ ਦਾ, ਪਿਓ ਦਾ, ਪਿਤਾ। ਇਹ ਕਿਉਂ ਗੱਲ ਕਹੀ? ਮਾਂ ਪਿਓ ਦਾ ਮੋਹ ਹੋਣਾ ਵੱਡੀ ਭਗਤੀ ਮੰਨੀ ਜਾਂਦੀ ਹੈ। ਸਰਵਣ ਮਹਿੰਗੀ ਤਾਂ ਲਈ ਫਿਰਦਾ ਰਿਹਾ, ਉਹ ਗੱਲ ਕੱਟਤੀ ਇੱਥੇ। ਉਹ ਸਰਵਣ ਵਾਲੀ ਮਹਿੰਗੀ ਵਾਲੀ ਭਗਤੀ ਕੱਟੀ ਹੈ ਵੀ ਉਹ ਨਾ ਪਾੜ ਲਿਓ। ਉਹਦਾ ਤੀਰਥ ਯਾਤਰਾ ਕਰਾਉਂਦਾ ਫਿਰਦਾ, ਨਾ ਤਾਂ ਉਹਨਾਂ ਨੂੰ ਕੁਛ ਮਿਲਣਾ। ਮਿਲਿਆ ਕੀ? ਸਰਵਣ ਦੇ ਤੀਰ ਲੱਗ ਗਿਆ, ਤੜਫ ਕੇ ਮਰ ਗਏ ਦੋਏ। ਅਪ੍ਰਾਪਤੀ ਹੋਈ ਕਿ ਮੋਹ ਸੀ ਉਹਨਾਂ ਨੂੰ। ਮੁੰਡੇ ਦਾ ਮੋਹ ਸੀ, ਉਹਨੂੰ ਮਾਂ ਪਿਓ ਦਾ ਮੋਹ ਸੀ। ਦਸ ਨੂੰ ਕੀ ਦਿੱਤਾ? ਸਰਾਫ। ਤੂੰ ਪੁੱਤਰ ਦੇ ਮੋਹ 'ਚ ਮਰੇਗਾ। ਇਹ ਰਸਤਾ ਬਿਲਕੁਲ ਗਲਤ ਹੈ, ਭਗਤੀ ਦਾ ਰਸਤਾ ਨਹੀਂ ਹੈ। ਉਹ ਰਸਤਾ ਛਡਾਇਆ ਹੈ। ਇਹ ਰਸਤੇ ਤੇ ਪ੍ਰਹਾਰ ਨਹੀਂ ਕਿਤੇ ਕੀਤਾ ਹੋਇਆ। ਕੁੱਲ ਗੁਰਬਾਣੀ 'ਚ ਗੱਲ ਤੇ ਪ੍ਰਹਾਰ ਨਹੀਂ ਕਿਤੇ ਕੀਤਾ ਹੋਇਆ ਸੀ। ਇੱਥੇ ਕੀਤਾ ਪੰਜਵੇਂ ਪਾਤਸ਼ਾਹ ਨੇ। ਬਚ ਗਿਆ ਸੀਗਾ, ਇਹ ਬਚ ਗਿਆ ਸੀ ਗੱਲ ਭਗਤੀ ਦਾ। ਇਹ ਗੁੱਠ ਬਚ ਗਈ ਸੀ ਇੱਕ, ਮਾਂ ਪਿਓ ਦੀ ਸੇਵਾ ਵਾਲੀ। ਸੇਵਾ ਕਰਨੀ, ਹੋਰ ਸੇਵਾ ਤਾਂ ਅਸੀਂ ਕਰੇ ਨਹੀਂ ਕਰ। ਜੇ ਸੇਵਾ ਕਰ ਤਾਂ ਹੋਏ ਨੇ ਕਾਮੀ, ਕਾਮਨਾ ਕੋਈ ਨਹੀਂ। ਇਸ ਕਰਕੇ ਨਹੀਂ ਸੇਵਾ ਕਰਦੇ, ਮਾਂ ਪਿਓ ਹੈ। ਸੇਵਾ ਤਾਂ ਸਭ ਦੀ ਕਰਦਾ, ਵਿੱਚੇ ਆ ਗਏ ਉਹ ਇੱਕ ਸਾਰੇ ਸਮਝਦਾ। ਜੇ ਮਾਂ ਪਿਓ ਨੂੰ ਅਲੱਗ ਸਮਝਦਾ ਤਾਂ ਉਹਦੀ ਦ੍ਰਿਸ਼ਟੀ ਦੇ ਵਿੱਚ ਕਾਣ ਹੈ, ਅਜੋ ਕਾਣਾ ਹੈ। ਉਹ ਦ੍ਰਿਸ਼ਟੀ ਭਿੰਨਤਾ, ਇੱਕ ਫਰਕ ਹੈ। ਜੇ ਆਪਣਾ ਪਰਾਇਆ ਹੈ ਫਿਰ ਤਾਂ ਆਪਣਾ ਪਰਾਇਆ ਹੈਗਾ ਉੱਥੇ। ਤਾਂ ਇੱਥੇ ਵੀ ਆਪਣਾ ਪਰਾਇਆ ਹੈ। ਇੱਥੋਂ ਅੱਗੇ ਦੀ ਗੱਲ ਹੈ। ਉਹ ਜਿਨ੍ਹਾਂ ਕੋਲ ਦੇਹੀ ਹੈ ਨਾ, ਨਿਰਾਕਾਰੀ ਜੁੜੇ ਰਹਿੰਦੇ, ਉਹ ਤਾਂ ਅੱਗੇ ਗਾਹਾਂ ਖੜੇ ਨੇ। ਇਹ ਬਹੁਤ ਨੀਵੇਂ ਪੱਧਰ ਦੀ ਗੱਲ ਹੈ। ਮੋਹ ਮਾਇਆ 'ਚ ਫਸੇ ਹੋਏ ਨੇ ਉਹ ਲੋਕ।
ਜਿਹੜੇ ਕਹਿੰਦੇ ਨੇ ਮਾਂ ਪਿਓ ਦੀ ਸੇਵਾ ਕਰ ਲਓ, ਕੋਈ ਭਗਤੀ ਕਰਨ ਦੀ ਲੋੜ ਹੀ ਨਹੀਂ, ਬਿਲਕੁਲ ਬਕਵਾਸ ਹੈ ਉਹ। ਹਾਂ, ਕਿਤੇ ਜਾਣ ਦੀ ਲੋੜ ਨਹੀਂ, ਬਕਵਾਸ। ਉਹ ਥੱਲੇ ਦੇ ਉਹ ਸੰਤਾਂ ਕੋ ਫਿਰਨ ਫੁਰਨ ਤੇ ਤਾਂ ਚੰਗੀ ਗੱਲ ਹੈ, ਉਹ ਜਿਹੜੇ ਫਿਰਦੇ ਨੇ ਉਹੀ ਪਖੰਡਬਾਜ਼, ਉਹ ਪਖੰਡਬਾਜ਼ ਨੂੰ ਤਾਂ ਖੈਰ ਫਿਰ ਵੀ ਚੰਗੀ ਗੱਲ ਹੈ। ਪਰ ਜਿਹੜੀ ਆਖਰੀ ਲਾਈਨ ਹੈ, ਇਹ ਅਵਸਥਾ ਜਿਹੜੀ ਨਿਰਾਕਾਰੀ ਭਗਤੀ ਦੀ ਅਵਸਥਾ ਨਹੀਂ ਪ੍ਰਾਪਤ ਹੁੰਦੀ ਇਹਦੇ ਨਾਲ। ਸੇਵਾ ਕਰਨ ਨੂੰ ਨਹੀਂ ਕਿਹਾ ਨਾ ਕਰੋ, ਸੇਵਾ ਤਾਂ ਸਾਰੀ ਉਹਨੇ ਕਰਨੀ, ਉਹ ਸੇਵਾ ਸਾਰਿਆਂ ਦੀ, ਉਹ ਕਰਨ ਦੀ ਤਾਂ ਗੱਲ ਹੀ ਨਹੀਂ, ਨਾ ਕਰਨ ਦੀ। ਇਹ ਮੰਨ ਕੇ ਨਾ ਕਰੋ ਵੀ ਆਹ ਸਪੈਸ਼ਲ ਆ, ਸਪੈਸ਼ਲ ਹੈ ਨਹੀਂ, ਵੀ ਆਹ ਕੁਛ ਆਦਮੀ ਖਾਸ ਹੈ, ਮੇਰਾ ਆਹ ਖਾਸ ਹੈ ਨਹੀਂ। ਸਾਰੇ ਹੀ ਖਾਸ ਨੇ, ਸਾਰੇ ਹੀ ਆਮ ਨੇ, ਇੱਕੋ ਜਿਹਾ ਮੰਨ ਕੇ ਸਾਰਿਆਂ ਨੂੰ ਚੱਲਣਾ ਪਊਗਾ। ਹਾਂਜੀ, ਕਤੰਚ ਮਾਤਾ ਵਿਨੋਦ ਸੁਤਾ ਹੈ। ਕਤੰਚ ਪਿਤਾ, ਬਿਲਕੁਲ ਵੀ ਮਾਤਾ, ਬਿਲਕੁਲ ਵੀ ਪਿਤਾ ਦੀ ਬਨੌਤ ਨਹੀਂ ਹੋਣੀ, ਕਿਉਂਕਿ ਕੋਈ ਮਾਤਾ ਪਿਤਾ ਹੈ ਨਹੀਂ, ਪਹਿਲਾਂ ਹੀ ਫੈਸਲਾ ਹੋਇਆ ਕਬੀਰ ਦਾ ਇੱਥੇ। ਕਤੰਚ ਬਨਤਾ, ਨਾ ਕੋਈ ਔਰਤ ਦਾ ਰਿਸ਼ਤੇ ਦਾ ਇੱਕ ਹਵਾ ਸਮਾਨ ਵੀ ਜੇ ਖਿਆਲ ਹੈਗਾ ਇਹਨਾਂ ਰਿਸ਼ਤਿਆਂ ਦਾ ਦਿਮਾਗ 'ਚ, ਮੁਕਤੀ ਨਹੀਂ ਮਿਲਣੀ ਕਿਸੇ ਨੂੰ ਵੀ। ਨਾ ਬਣਤਾ ਵਿਨੋਦ, ਜਿਹਦੇ ਨਾਲ ਜੀ ਲੱਗਿਆ ਹੋਇਆ, ਜਿਨ੍ਹਾਂ ਨਾਲ ਮਾਂ ਬਾਪ ਨਾਲ, ਰਿਸ਼ਤੇਦਾਰਾਂ ਨਾਲ ਜੀ ਲੱਗਿਆ ਸੰਸਾਰ 'ਚ, ਹੋਰ ਕਾਹਦੇ ਨਾਲ ਜੀ ਲੱਗਿਆ? ਵਿਨੋਦ ਦਾ ਹੁੰਦਾ ਜੀ ਲੱਗਣਾ। ਵਿਨੋਦ ਉਹ ਚੀਜ਼ ਹੈ ਜਿਹਦੇ ਨਾਲ ਸਾਡਾ ਜੀ ਲੱਗਿਆ ਹੋਇਆ। ਵਿਨੋਦ ਸੁਤਾ, ਸੁਤਾ ਹੈ ਪੁੱਤਰ ਨਾਲ, ਸੁਤਾ ਛੋਟੇ ਬੱਚਿਆਂ ਨਾਲ ਖੇਡਦੇ ਨਹੀਂ, ਨਿਆਣਿਆਂ ਨਾਲ, ਉਹ ਜੀ ਲੱਗਦਾ ਉਹਨਾਂ ਨੂੰ। ਬਹਿਨੇ ਆ, ਗੱਲਾਂ ਕਰਦੇ ਆ, ਟੱਬਰ 'ਚ ਜੀ ਲੱਗਿਆ ਹੁੰਦਾ। ਜੇ ਜੀ ਲੱਗਿਆ ਪਰਮੇਸ਼ਰ ਭੁੱਲਿਆ ਹੋਇਆ, ਜੇ ਇਹਨਾਂ ਦੇ ਵੀ ਜੀ ਲੱਗਿਆ ਤਾਂ ਪਰਮੇਸ਼ਰ ਭੁੱਲਿਆ ਹੋਇਆ, ਆਪਣਾ ਮੂਲ ਭੁੱਲਿਆ। ਆਹ ਗੱਲ ਕਹਿ ਰਹੇ ਨੇ ਉਹ। ਜੇ ਇਹਨਾਂ ਨਾਲ ਜੀ ਲੱਗਿਆ ਹੋਇਆ, ਫਿਰ ਆਪਣੇ ਮੂਲ ਨਾਲ ਨਹੀਂ ਲੱਗਿਆ ਹੋਇਆ, ਤੇ ਮੂਲ ਨਾਲ ਤਾਂ ਤੋੜਤਾ ਇਹਨਾਂ ਨੇ। ਇਹ ਗੱਲ ਕਹਿ ਰਹੇ ਨੇ, ਆਪਣੇ ਮੂਲ ਨਾਲ ਟੁੱਟ ਕੇ ਕਿਤੇ ਹੋਰ ਲੱਗਿਆ ਹੈ ਮਨ, ਤੇ ਗੱਲ ਤਾਂ ਫਿਰ ਉਹੀ ਹੈ। ਤੋੜਿਆ ਤਾਂ ਅਸਲ ਨਾਲ ਉਹੀ ਹੋਇਆ ਉਹਨਾਂ ਨੇ। ਇਹ ਚੀਜ਼ਾਂ ਵੀ ਤੋੜਨ ਵਾਲੀਆਂ ਹੀ ਨੇ। ਅਵਰ ਸੰਗ ਤੋੜੀ ਹੈ ਤੁਮ ਸੰਗ ਜੋੜ, ਇਹ ਅਵਰ ਦੇ ਵਿੱਚ ਆ ਗਏ ਵੀ, ਅਵਰ ਦੇ ਵਿੱਚ ਆ ਜਾਣੇ ਨੇ ਸਾਰੇ। ਇਹ ਮਾਤਾ ਪਿਤਾ ਬੰਤਾ ਸਾਰੇ ਅਵਰ ਵਿੱਚ ਆ ਜਾਣਾ। ਅਵਰ ਸੰਗ ਤੋੜੀ, ਇਹਨਾਂ ਨੂੰ ਵੀ ਤੋੜਨੀ ਪੈਣੀ, ਅਵਰ ਦੇ ਵਿੱਚ ਹੀ ਨੇ। ਉਹ ਭਾਂਡਾ ਇੱਥੇ ਚੱਕਿਆ ਹੋਇਆ। ਇਹ ਜੇ ਇਹਨਾਂ ਨਾਲ ਜੀ ਲੱਗਿਆ ਹੋਇਆ, ਪਰਚਿਆ ਹੋਇਆ, ਫਿਰ ਸੱਚ ਨਾਲ ਦਾ ਪਰਚਾ, ਆਪਣੇ ਮੂਲ ਨਾਲ ਦਾ ਪਰਚਾ ਹੋਇਆ ਹੀ ਨਹੀਂ ਫਿਰ ਉਹ। ਹਾਂ, ਕਤੰਚ ਭਰਾਤ ਮੀਤ ਹਿਤ ਬੰਧਵ, ਜਾਂ ਭਰਾ ਹੋਣ ਜਾਂ ਮੀਤ ਮਿੱਤਰ ਹੋਣ, ਬੰਧਵ ਰਿਸ਼ਤੇਦਾਰ ਹੋਣ, ਇਹਨਾਂ ਦਾ ਜਿਹੜਾ ਹਿਤ ਹੈ ਵੀ ਇਹ ਆਪਣਾ, ਵੀ ਇਹਨਾਂ ਨਾਲ ਜ਼ਰੂਰੀ ਹੈ ਬਣਾ ਕੇ ਰੱਖਣੀ। ਹਿਤ ਹੈ ਸਾਡਾ, ਇਹਦੇ 'ਚ ਭਲਾ ਹੈ ਸਾਡਾ, ਸਾਡੀ। ਇਹ ਜਿਹੜਾ ਹਿਤ ਹੈ, ਇਹ ਵੀ ਹਿਤ ਉਹੋ ਜਿਹਾ ਹੀ ਹੈ, ਤੋੜਨ ਵਾਲਾ ਹੀ ਹੈ। ਇਹ ਜਿਹੜਾ ਹਿਤ ਹੈ, ਇਹ ਕਤੰਚ ਬਿਲਕੁਲ ਨਹੀਂ, ਇਹ 'ਤੇ ਭਰੋਸਾ ਕਰਨਾ ਚਾਹੀਦਾ। ਖਬਰ ਕੀ ਹਿਤ ਹੈ, ਕੀ ਹਿਤ ਹੈ? ਹੁਕਮ ਦੇ ਵਿੱਚ ਹਿਤ ਹੈ ਸਾਰਾ, ਪਾਣੇ ਚੱਲਣਾ ਹੀ ਹਿਤ ਹੈ। ਕਤੰਚ ਮੋਹ ਕੁਟੰਬਿਆ, ਤੇ ਬਿਲਕੁਲ ਵੀ ਮੋਹ ਕੁਟੰਬ ਦਾ ਨਹੀਂ ਚਾਹੀਦਾ। ਸਾਰਾ ਕੁਟੰਬ ਹੈ ਨਾ, ਹੈ ਮੀਤ ਭਰਾਤ ਹੋਏ, ਬੰਤਾ ਹੋਈ, ਇਸਤਰੀ ਹੋਈ, ਬਾਪ ਹੋਇਆ, ਮਾਂ ਹੋਈ, ਪੁੱਤਰ ਹੋਏ, ਇਹ ਕੁਟੰਬ ਹੈ ਸਾਰਾ। ਇਹਦਾ ਰੱਤੀ ਪਰ ਵੀ ਜੇ ਲਗਾਓ ਹੈ, ਇਹ ਵਿਚਾਲੇ ਦੀਵਾਰ ਹੈ ਲੋਹੇ ਦੀ। ਇਹ ਤਾਂ ਲੋਹੇ ਦੀ ਦੀਵਾਰ ਹੈ ਵਿਚਾਲੇ, ਇਹਨਾਂ ਨਹੀਂ ਜੁੜਨ ਦੇਣਾ ਮੂਲ ਨਾਲ ਬਿਲਕੁਲ ਵੀ। ਹਾਂਜੀ, ਕਥੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ, ਜੇ ਕੋਈ ਬਹੁਤ ਚਪਲ ਮਤਲਬ ਕਿਸਮ ਦੀ ਇਸਤਰੀ ਹੈ, ਚਪਲ ਮੋਹਨੀ ਰੂਪ, ਚਪਲ ਮੋਹਣੀ ਜ਼ਿਆਦਾ ਮਤਲਬ ਹੈ ਚੰਚਲ ਹੈ, ਔਰ ਮੋਹਣੀ ਰੂਪੰਗ ਉਹਦੇ 'ਚ ਜੇ ਕਿਸੇ ਦਾ ਸੁਰਤ ਹੈ, ਉਹ ਵੀ ਉਹ ਸਮਝੋ ਤਿਆਗੰ ਕਰੋਤ, ਜਿਹੜੇ ਤਿਆਗਦੇ ਰਹੇ ਉਹ ਵੀ ਤਿਆਗਣ ਯੋਗ ਹੈ, ਉਹ ਵੀ ਛੱਡਣ ਯੋਗ ਹੈ। ਰੂਪੰਗ ਲਿਖਿਆ ਹੋਇਆ,
ਕਤਨ ਚਪਲ ਮੋਹਣੀ ਰੂਪੰ। ਚਪਲ ਮੋਹਣੀ ਰੂਪ, ਉਹ ਜਿਹੜੀ ਦੇਵੀ ਪੂਜਾ ਨਾ, ਦੇਵੀਆਂ ਦੇਵਤਿਆਂ ਦੀ ਪੂਜਾ, ਉਹ ਉਹਦੀ ਗੱਲ ਹੈ। ਦੇਵੀ ਦੀ ਪੂਜਾ ਨਹੀਂ ਕਰਦੇ, ਰੂਪ ਦੀ ਪੂਜਾ ਉੱਥੇ, ਉਹ ਵੀ ਤਿਆਗਣ ਯੋਗ ਹੈ, ਉਹ ਤਿਆਗਣ ਯੋਗ ਹੈ। ਉਹ ਸਾਰੀਆਂ ਚੀਜ਼ਾਂ ਹੈ, ਚਾਹੇ ਉਹ ਫੋਟੋ ਚ ਹੈ, ਚਾਹੇ ਉਹ ਪੱਥਰ ਦੀ ਮੂਰਤੀ ਹੈ, ਚਾਹੇ ਉਹ ਸੰਸਾਰੀ ਮੂਰਤੀ ਹੈ। ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਵਦਿਅੰ ਅਚੁੱਤ ਤਨੈ। ਰਹੰਤ ਸੰਗ ਭਗਵਾਨ ਸਿਮਰਨ, ਜਿਹੜੇ ਰਹੰਤ ਰਹਿਣਾ ਕਿਹਦੇ ਨਾਲ ਹੈ? ਭਗਵਾਨ ਦੇ ਸਿਮਰਨ ਨਾਲ ਜੁੜੇ ਰਹਿਣਾ। ਇਹਨਾਂ ਨਾਲ ਨਹੀਂ ਜੁੜਨਾ, ਇਹਨਾਂ ਨੇ ਭਗਵਾਨ ਦੇ ਸਿਮਰਨ ਨਾਲ ਨਹੀਂ ਜੁੜਨ ਦੇਣਾ। ਤਾਂ ਜਾ ਕੇ ਉਹ ਸਰੀਰ ਲੱਭਣਾ, ਜਨਮ ਪਦਾਰਥ ਮਿਲਣਾ। ਨਾਨਕ ਲਵਦਿਅੰ ਅਚੁੱਤ ਤਨੈ, ਉਹ ਜਨਮ ਪਦਾਰਥ ਹੈ, ਤਾਂ ਜਨਮ ਪਦਾਰਥ ਮਿਲਣਾ। ਤਾਂ ਇੱਕ ਹੋ ਕੇ ਉਗਣਾ, ਇੱਕ ਹੀ ਨਹੀਂ ਹੋਣ ਦੇਣਾ ਇਹਨਾਂ ਨੇ। ਉਗਣ ਦੀ ਤਾਂ ਇੱਕ ਪਾਸੇ ਰਹੀ ਗੱਲ, ਇੱਕ ਹੀ ਨਹੀਂ ਹੋ ਸਕਣਾ। ਉਹ ਤਾਂ ਕੈ ਥੋਂ ਵੰਡਿਆ ਪਿਆ, ਮਨ ਤਾਂ ਕਿੰਨੇ ਥੋਂ। ਤਨ ਤੇਰੇ ਭਵਨ ਮੈਂ ਰਿਹਾ ਸਮਾਈ, ਉਹ ਤਾਂ ਬਾਹਰ ਸਮਾਇਆ ਹੋਇਆ, ਮਾਇਆ ਸਮਾਇਆ ਹੋਇਆ। ਇੱਕ ਹੋਣ ਨਹੀਂ ਦੇਣਾ। ਉਗਲਾਂ ਦਾ ਬਹੁਤ ਬਾਅਦ ਦੀ ਗੱਲ ਹੈ, ਇੱਕ ਹੀ ਨਹੀਂ ਹੋਣ ਦੇਣਾ ਇਹ ਚੀਜ਼ ਨੇ। ਹਾਂਜੀ। ਤ੍ਰਿਗੰਤ ਮਾਤ ਪਿਤਾ ਸਨੇਹੰ ਤ੍ਰਿੰਗ ਸਨੇਹੰ ਭਰਾਤ ਬੰਧਵੈ। ਤ੍ਰਿਗੰਤ ਮਾਤ ਪਿਤਾ ਸਨੇਹ, ਤੇ ਕਾਰ ਐਸੇ ਮਾਤਾ ਪਿਤਾ ਦੇ ਸਨੇਹ ਨੂੰ ਜਿਹੜਾ ਜਨਮ ਪਦਾਰਥ ਤੋਂ ਵਾਂਝਾ ਰੱਖ ਦੇਵੇ। ਤੇ ਕਾਰ ਐਸੇ ਮਾਤਾ ਪਿਤਾ ਦੇ ਸਨੇਹ ਨੂੰ ਜਿਹੜਾ ਜੀਵਨ ਦਾ ਟਾਰਗੇਟ ਪੂਰਾ ਨਾ ਹੋਣ ਦੇਵੇ, ਉਹ 'ਚ ਵਿਘਨ ਪਾ ਦੇਵੇ। ਜੀਵਨ ਦੇ ਟਾਰਗੇਟ ਜਿਹੜਾ ਵਿਘਨ ਪਾ ਦੇਵੇ ਸਨੇਹ, ਚਾਹੇ ਮਾਤਾ ਪਿਤਾ ਦੀ ਹੋਵੇ, ਤੇ ਕਾਰ ਐਸੇ ਸਨੇਹ ਨੂੰ। ਸਨੇਹ ਕਾਹਦਾ? ਉਹ ਸਨੇਹ ਨਹੀਂ ਹੈ, ਉਹ ਤਾਂ ਪੁਆੜ ਹੈ, ਉਹ ਤਾਂ ਵਿਘਨ ਹੈ। ਉਹ ਇਹ ਵਿਘਨ ਹੈ ਜਿਹਨੂੰ ਕਹੇ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ। ਆਹ ਵਿਘਨ ਹੈ, ਆਹ ਵਿਘਨ ਨੇ, ਇਹ ਵਿਘਨ ਗੜਾਏ ਨੇ। ਚ ਕਿੱਥੇ ਜਾ ਕੇ ਵਿਘਨ ਪੈਣੇ ਨੇ? ਜਿਨ੍ਹਾਂ ਵਿਘਨਾਂ ਦੀ ਤੁਹਾਨੂੰ, ਉਹ ਵਿਘਨ ਤੁਹਾਨੂੰ ਭਗਤੀ ਲੱਗਣਗੇ। ਇਹ ਵਿਘਨ ਨਹੀਂ ਲੱਗਦੇ, ਭਗਤੀ ਲੱਗਦੇ ਨੇ ਵਿਘਨ। ਭਗਤੀ ਕਰਕੇ ਪ੍ਰਚਾਰੇ ਹੋਏ ਨੇ ਵਿਘਨ। ਇਹ ਵਿਘਨ ਭਗਤੀ ਕਰਕੇ ਪ੍ਰਚਾਰੇ ਹੋਏ ਨੇ। ਇਹਨਾਂ 'ਤੇ ਕਿਤੇ ਵੀ ਕੁਠਾਰ ਘਾਤ ਨਹੀਂ ਹੋਇਆ, ਕਿਤੇ ਵੀ ਹਮਲਾ ਨਹੀਂ ਕੀਤਾ। ਪੰਜਵੇਂ ਪਾਤਸ਼ਾਹ ਨੇ ਇੱਥੇ ਆ ਕੇ ਕਰਤਾ। ਐਸੇ ਦੇਖੋ, ਪੰਜਵੇਂ ਪਾਤਸ਼ਾਹ ਪਿਤਾ ਨਹੀਂ ਮੰਨ ਰਹੇ, ਉਹਨੂੰ ਸਤਿਗੁਰ ਮੰਨ ਰਹੇ ਨੇ। ਤਾਂ ਉੱਥੇ ਗੱਲ ਆਈ ਸੀ ਸਬਈਆਂ 'ਚ, ਪਿਤਾ ਤਾਂ ਮੰਨੇ ਨਹੀਂ ਰਹੇ, ਸਤਿਗੁਰ ਮੰਨ ਰਹੇ ਨੇ। ਜੇ ਸਤਿਗੁਰ ਮੰਨਿਆ ਤਾਂ ਗੁਰਿਆਈ ਮਿਲੀ ਆ। ਜੇ ਪਿਤਾ ਜਿਨ੍ਹਾਂ ਨੇ ਪਿਤਾ ਮੰਨਿਆ, ਗੁਰਿਆਈ ਮਿਲੀ ਉਹ ਨਹੀਂ। ਜਿਨ੍ਹਾਂ ਨੇ ਬਾਪ ਮੰਨਿਆ, ਗੁਰਿਆਈ ਨਹੀਂ ਮਿਲੀ। ਜਿਨ੍ਹਾਂ ਨੇ ਬਾਪ ਛੱਡ ਕੇ ਅੱਗੇ ਦੀ ਡਿਗਰੀ ਲਈ ਹੈ, ਤਾਂ ਗੁਰਿਆਈ ਮਿਲੀ ਹੈ। ਸਨੇਹ ਇਹਦਾ ਹੈ ਨਹੀਂ, ਉਹਨਾਂ ਦਾ ਸਨੇਹ ਹੈ, ਉਹਨਾਂ ਨੂੰ ਗੁਰਿਆਈ ਨਹੀਂ ਮਿਲੀ, ਉਹਨੂੰ ਮਿਲ ਗਈ। ਜਿਹਦਾ ਸਨੇਹ ਹੈ ਨਹੀਂ, ਉਹਨੂੰ ਜਨਮ ਪਦਾਰਥ ਮਿਲ ਗਿਆ। ਜਿਹਦਾ ਸਨੇਹ ਸੀਗਾ, ਉਹਨੂੰ ਕੁਝ ਵੀ ਨਹੀਂ ਮਿਲਿਆ। ਇਹ ਵਿਘਨ ਨੇ, ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ। ਸਤਿਗੁਰ ਨਾਮ ਦ੍ਰਿੜਾਇਆ, ਨਾਮ ਪੰਜਵੇਂ ਪਾਤਸ਼ਾਹ ਨੂੰ ਦ੍ਰਿੜ ਹੋ ਗਿਆ, ਸਤਿਗੁਰ ਨੇ ਦ੍ਰਿੜ ਕਰਵਾਇਆ। ਤਾਂ ਇਹ ਵਿਘਨ ਨਾਸ਼ ਹੋਏ ਅੰਦਰੋਂ। ਇਹ ਵਿਘਨ ਸੀ ਸਾਰੇ ਹੀ, ਇਹ ਨਾਸ਼ ਕੀਤੇ ਨੇ ਅੰਦਰੋਂ। ਤ੍ਰਿਗ ਸਨੇਹੰ ਭਰਾਤ ਬੰਧਵੈ। ਪਹਿਲਾ ਆਦਮੀ ਹੈ, ਪਹਿਲਾ ਭਗਤ ਹੈ ਜਿਹੜਾ ਬਾਪ ਤੋਂ ਬਾਅਦ ਗੱਦੀ ਮਿਲਣ ਵਾਲਾ ਹੈ। ਪੰਜਵੇਂ ਪਾਤਸ਼ਾਹ ਅੱਜ ਤੱਕ ਕੋਈ ਨਹੀਂ ਹੋਇਆ। ਦੁਨੀਆ 'ਚ ਸਭ ਤੋਂ ਪਹਿਲਾ ਭਗਤ ਹੈ ਸਾਡੀ ਹਿਸਟਰੀ 'ਚ, ਜਿਹੜਾ ਬਾਪ ਦੀ ਜਗ੍ਹਾ ਗੱਦੀ ਤੇ ਬੈਠਿਆ ਗੁਰਿਆਈ ਤੇ। ਉਹੀ ਤੋੜ ਰਿਹਾ ਬਾਪ ਦੀ ਗੱਲ ਨੂੰ। ਪਹਿਲੇ ਨੇ ਵੱਢ ਕੇ ਪਰੇ ਮਾਰਿਆ ਕੁਹਾੜਾ। ਪਹਿਲੇ ਤਾਂ ਜਿੰਨੀਆਂ ਗੁਰਿਆਈਆਂ ਮਿਲੀਆਂ ਬਾਪ ਤੋਂ ਮਿਲੀਆਂ ਹੀ ਨਹੀਂ। ਪਹਿਲੇ ਨੂੰ ਮਿਲੀ, ਉਸੇ ਨੇ ਕੁਹਾੜਾ ਚਲਾਇਆ। ਤੇ ਉਸੇ ਰਿਸ਼ਤੇ ਤੇ ਕੁਹਾੜਾ ਚਲਾਤਾ। ਜਿਹੜੇ ਕਹਿੰਦੇ ਤੇ ਬਾਪ ਗੱਦੀ ਮਿਲਣੀ ਚਾਹੀਦੀ ਹੈ, ਉਹ ਕਹਿੰਦਾ ਬਿਲਕੁਲ ਵੀ ਸਨੇਹ ਨਹੀਂ ਚਾਹੀਦਾ ਬਾਪ ਵਾਲਾ।
ਵਾਹ ਵਾਲਾ ਜੇ ਸਨੇਹ ਹੁੰਦਾ ਤਾਂ ਗੱਦੀ ਨਹੀਂ ਸੀ ਮਿਲਣੀ, ਜਿਹਨਾਂ ਨੂੰ ਸਨੇਹ ਸੀ ਉਹਨਾਂ ਨੂੰ ਗੱਦੀ ਨਹੀਂ ਮਿਲੀ। ਸ੍ਰੀ ਚੰਦ ਕੋ ਬਾਪ ਦਾ ਸਨੇਹ ਸੀ, ਗਾਗਰ ਭਰ ਕੇ ਫੁੱਲਾਂ ਦੀ ਦਬਲੀ ਸੀ, ਉੱਥੇ ਸਨੇਹ ਸੀ ਨਾ ਮਾਇਆ ਵਾਲੀ। ਫੁੱਲ ਰੱਖ ਲਏ ਸਰੀਰ ਦੇ, ਰੱਖ ਲਏ ਉਹ ਅਸਤੀਆਂ, ਗਿਆਨ ਛੱਡਤਾ, ਗਿਆਨ ਕੋਈ ਹੋਰ ਲੈ ਗਿਆ, ਅਕਲ ਕੋਈ ਹੋਰ ਲੈ ਗਿਆ, ਸਰੀਰ ਮਾਇਆ ਉਹਨਾਂ ਨੇ ਰੱਖ ਲਈ, ਸੱਚ ਕੋਈ ਹੋਰ ਲੈ ਗਿਆ, ਝੂਠ ਆਪ ਰੱਖ ਲਿਆ। ਇਹ ਤਿਰਗੰਤਾ ਹੈ, ਤਿਰਗਾਇਆ ਹੈ, ਝੂਠ ਹੈ ਸਭ। ਝੂਠ ਨਾ ਸਨੇਹ ਹੈ, ਸਰੀਰ ਨਾ ਸਨੇਹ, ਝੂਠ ਨਾ ਸਨੇਹ ਹੈ। ਹਾਂਜੀ, ਤ੍ਰਿਗ ਸਨੇਹੰ ਭਰਾਤ ਬੰਧਵੈ, ਤ੍ਰਿਗ ਸਨੇਹੰ ਭਰਾਤ ਬੰਧਵੈ, ਤੇ ਕਾਰ ਹੈ ਭਰਾਤਾ ਨਾ ਸਨੇਹ, ਰਿਸ਼ਤੇਦਾਰ ਬੰਧੂਆਂ ਨਾ ਸਨੇਹ, ਤੇ ਭਰਾ ਨਾਲ ਕੋਈ ਸਨੇਹ ਨਹੀਂ। ਦੋਹਾਂ ਨਾਲ ਇਹਦਾ ਮਤਲਬ ਹੈ ਸਨੇਹ ਕੋਈ ਨਹੀਂ ਭਰਾ ਨਾਲ, ਦੋਹਾਂ ਨਾਲ ਨਾ ਕਿਸੇ ਕੋਈ ਬੰਧੂ ਹੈ, ਨਾ ਕਿਸੇ ਰਿਸ਼ਤੇਦਾਰ ਨਾਲ ਕੋਈ ਸਨੇਹ ਹੈ। ਹਾਂਜੀ, ਤ੍ਰਿਗ ਸਨੇਹੰ ਬਣਤਾ ਬਿਲਾਸ ਸੁਤੈ, ਬੰਤਾ ਬਿਲਾਸ ਨਾਲ ਸਨੇਹ ਹੋਵੇ, ਇਹ ਵੀ ਤਰਕਾਰ ਹੈ। ਬਣਤਾ ਬਿਲਾਸ ਸੁਤੈ, ਬਿਲਾਸ, ਬਿਲਾਸ ਹੁੰਦਾ ਬਚਨ ਬਿਲਾਸ, ਜਿਹੜਾ ਕਰਨਾ ਸਲਾਹ ਕਰਨੀ ਕੋਈ, ਉਹ ਤਾਂ ਸਲਾਹ ਫਿਰ ਸੰਸਾਰੀ ਦਊ। ਜੇ ਤੁਸੀਂ ਉਹਦੇ ਨਾਲ ਸਲਾਹ ਨਾ ਚੱਲੋਗੇ, ਉਹ ਤਾਂ ਸੰਸਾਰੀ ਸਲਾਹ ਦਊ, ਥੋੜੀ ਉਹਦੇ ਨਾਲ ਕਿਵੇਂ ਚੱਲ ਜੂ। ਉਹਨੇ ਖਿੱਚਣਾ ਨਰਕ ਵੱਲ ਨੂੰ, ਤੁਸੀਂ ਜਾਣਾ ਸੁਰਗ ਵੱਲ ਨੂੰ। ਇਹ ਤਰਗਾ ਜੇ ਤੁਸੀਂ, ਇਹ ਬਿਲਾਸ ਹੈ ਜਿਹੜਾ ਬਚਨ ਬਿਲਾਸ ਹੁੰਦਾ, ਸਲਾਹ ਨੂੰ ਕਹਿੰਦੇ ਨੇ ਬਿਲਾਸ। ਘਰਾਂ 'ਚ ਸਲਾਹ ਕਰਕੇ ਨਹੀਂ ਚੱਲਦੇ, ਉਹ ਕਹਿੰਦਾ ਨਹੀਂ ਚੱਲ ਸਕਦੇ ਸਲਾਹ ਕਰਕੇ। ਤੁਸੀਂ ਸਲਾਹ ਕਰਕੇ ਉਹਨਾਂ ਦੇ ਵੋਟ ਤੁਹਾਡੇ ਖਿਲਾਫ ਜਾਣੀ ਹੈ, ਉਹਨਾਂ ਦੀ ਨਹੀਂ ਵੋਟ ਜਾਣੀ ਇੱਧਰ ਨੂੰ, ਕਿਸੇ ਦੀ ਵੀ ਸਲਾਹ ਨਹੀਂ ਕਰ ਸਕਦੇ ਤੁਸੀਂ ਕਿਸੇ ਨੂੰ। ਆਹੋ, ਉਹਨੇ ਤਾਂ ਰਾਏ ਦੇਣੀ ਉਹ ਨਹੀਂ, ਜਿਹੜੀ ਗੱਲ ਹੈ ਉਹਨਾਂ ਨੂੰ ਸਾਰਿਆਂ ਨੂੰ ਖਿਲਾਫ ਹੋਣਾ, ਤੇ ਇਹ ਨਹੀਂ ਸਲਾਹ ਕਰਕੇ ਚੱਲਦੀ ਹੁੰਦੀ ਗੱਲ। ਇਹਦੀ ਰਾਏ ਲੈ ਹੀ ਨਹੀਂ ਸਕਦੇ ਕਿਸੇ ਤੇ ਤੁਸੀਂ। ਉਹ ਤਾਂ ਆਪਣੇ ਮਤਲਬ ਆਪਣੇ ਹਿਸਾਬ ਦੀ ਰਾਏ ਦੇਣਗੇ, ਆਪਣਾ ਆਪਣਾ ਸਾਰਿਆਂ ਦਾ ਮਨ ਹੁੰਦਾ। ਹਾਂਜੀ, ਤੁਸੀਂ ਫੈਸਲਾ ਸੁਣਾ ਸਕਦੇ ਹੋ ਵੀ ਮੇਰਾ ਫੈਸਲਾ ਹੈ, ਇਹ ਫੈਸਲਾ ਐਵੇਂ ਰਹੂਗਾ, ਜਿਨ੍ਹਾਂ ਨਾਲ ਤੁਰਨਾ ਤੁਰੋ, ਨਹੀਂ ਡਿੱਗੋ ਖੂਹ 'ਚ ਢੱਠੇ 'ਚ, ਮੈਨੂੰ ਕੋਈ ਠੇਕਾ ਨਹੀਂ। ਬਸ ਇਹ ਤਾਂ ਬਰਾਨੀ ਗੱਲ ਬਣਦੀ ਹੈ। ਜੇ ਲਕੀਰ ਤੁਸੀਂ ਨਹੀਂ ਖਿੱਚ ਸਕਦੇ, ਤੁਹਾਨੂੰ ਨਹੀਂ ਤੁਰਨ ਦੇਣਾ ਕਿਸੇ ਨੇ ਇਸ ਰਸਤੇ। ਇਹ ਰਾਤੇ ਤੁਰਿਆ ਕੋਈ, ਅੱਜ ਤਾਈਂ ਤੁਰਿਆ ਹੀ ਨਹੀਂ। ਆ ਦੇਖੋ ਨਾ ਕਿਹਾ ਹੋਇਆ ਕੀ ਹੈ, ਇਹੀ ਤਾਂ ਕਿਹਾ ਹੋਇਆ। ਇਹ ਵਾਰ ਨੇ ਕਿਹਾ ਨਹੀਂ ਤੁਰ ਹੋਣਾ ਕਿਸੇ ਤੇ ਵੀ, ਇਸ ਰਸਤੇ ਨਹੀਂ ਤੁਰਿਆ ਜਾ ਸਕਦਾ ਇਸ ਰਸਤੇ। ਜੇ ਲਈ ਬੈਠੇ ਨੇ ਸਨੇਹ, ਤੇ ਕਾਰ ਹੈ ਉਹਨਾਂ ਦੇ ਐਸੇ ਸਨੇਹ ਦੇ ਲਈ ਬੈਠੇ ਨੇ। ਅੰਦਰ ਜਨਮ ਪਦਾਰਥ ਮੰਗਦੇ ਫਿਰਦੇ ਨੇ, ਆਹ ਚੀਜ਼ਾਂ ਅੰਦਰ ਲਈ ਬੈਠੇ ਨੇ। ਗੰਦਮੰਦ ਤਾਂ ਗੰਦਮੰਦ ਹੈ। ਦੁਨੀਆ ਦਾ ਮੋਹ ਤੋਂ ਵੱਡਾ ਗੰਦ ਹੋਰ ਕੁਛ ਨਹੀਂ ਹੈ ਸੰਸਾਰ 'ਚ। ਮੋਹ ਤਾਂ ਇੱਥੇ ਬੰਨ੍ਹ ਕੇ ਰੱਖਦਾ, ਜੰਜੀਰਾਂ ਦਾ ਨਾਨਕ ਔਗਣ ਜੇਤੜੇ ਤੇ ਗਲੀ ਜੰਜੀਰ। ਉਹ ਜੰਜੀਰਾਂ ਘਰ 'ਚ ਪਾਈ ਬੈਠੇ ਹੋ ਬੰਨ੍ਹ ਕੇ ਇਹਦੇ ਨਮਾਇਆ ਨਾਲ, ਗੱਲਾਂ ਕਰਦੇ ਹੋ ਮੁਕਤੀ ਦੀਆਂ। ਬਾਕੀ ਗੱਲਾਂ ਹੀ ਨੇ, ਫਿਰ ਕੁਛ ਨਹੀਂ ਰਹਿਣਾ ਹੈ। ਤਾਂ ਗੱਲਾਂ ਨੇ, ਫਿਰ ਗੱਲੀ ਕਿਹਨਾਂ ਨਾ ਪਾਇਆ, ਗੱਲਾਂ ਨਾਲ ਨਹੀਂ ਪ੍ਰਾਪਤੀ ਹੁੰਦੀ। ਤ੍ਰਿਗ ਸਨੇਹੰ ਗ੍ਰਹਾਰਥ ਕਹਿ, ਇਹ ਸਪਸ਼ਟ ਗੱਲ ਹੈ ਸੰਸਕ੍ਰਿਤੀ ਦੀ ਸ਼ਲੋਕਾਂ ਦੇ ਵਿੱਚ, ਕੋਈ ਬੁੱਝਣ ਵਾਲੀ ਗੱਲ ਨਹੀਂ, ਸਿੱਧੀ ਗੱਲ ਕੀਤੀ ਹੋਈ ਹੈ। ਭਾਸ਼ਾ ਹੀ ਸੰਸਕ੍ਰਿਤ ਹੈ। ਤ੍ਰਿਗ ਸਨੇਹੰ ਗ੍ਰਹਾਰਥ, ਜਿਵੇਂ ਦਸਮ ਗ੍ਰੰਥ ਦੀ ਭਾਸ਼ਾ ਇਹੋ ਜਿਹੀ ਭਾਸ਼ਾ ਹੈ, ਸਿੱਧੀ ਹੋ ਬਿਆਨ ਹੀ ਕੀਤੀ ਹੈ ਕੋਈ ਗੱਲ। ਹਾਂ, ਤ੍ਰਿਗ ਸਨੇਹੰ ਗ੍ਰਹਾਰਥ ਕਹਿ, ਗ੍ਰਹਾਰਥ ਉਹ ਗ੍ਰਹਿ ਅਰਥ ਜਿਹੜੇ ਗ੍ਰਸਤੀ ਦੇ, ਗ੍ਰਹਾਰਥ ਕਹਿ। ਓਹੋ, ਗ੍ਰਸਤੀ ਦੇ ਸਨੇਹ ਹੁੰਦਾ ਨਹੀਂ, ਗ੍ਰਸਤੀ ਦੇ ਵਿੱਚ ਸਭ ਦੀ ਲੋੜ ਹੈ। ਉਹਦੇ ਗ੍ਰਸਤੀ ਦੇ ਵਿੱਚ ਲੋੜਾਂ ਨੇ, ਸਭ ਦੀ ਲੋੜ ਹੈ। ਉਹ ਲੋੜ ਨਹੀਂ ਇੱਥੇ ਤਾਂ ਇਕੱਲੇ ਦੀ ਲੋੜ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਨ, ਕੋਈ ਵੱਲ ਹੈ ਨਹੀਂ ਹੈ। ਛਲ ਕਪਟ ਤੋਂ ਰਹਿਤ ਜ਼ਿੰਦਗੀ ਹੈ, ਉਹ ਸਾਰੇ ਬੱਲੇ ਹੁੰਦੇ ਨੇ। ਫਿਰ ਇਹ ਕਿਹੜਾ ਛਲ ਕਪਟ ਨਾਲ ਚੱਲਦਾ ਕਿਸੇ ਨਾਲ? ਕਿਸੇ ਨੂੰ ਕੀ ਇਤਰਾਜ਼ ਹੈ? ਜੇ ਫਿਰ ਵੀ ਇਤਰਾਜ਼ ਹੈ, ਉਹ ਇਤਰਾਜ਼ ਆਪਣਾ ਰੱਖੇ ਆਪਣੇ ਕੋਲ। ਉਹ ਆਪਣਾ ਇਤਰਾਜ਼ ਆਪਣੇ ਕੋਲ ਰੱਖੇ। ਉਹਨੂੰ ਇਤਰਾਜ਼ ਹੋਊਗਾ, ਉਹਨੇ ਡੁੱਬਣਾ। ਉਹ ਚਾਹੁੰਦਾ ਵੀ ਮੇਰੇ ਨਾਲ ਇਹ ਵੀ ਡੁੱਬ ਜਾਵੇ, ਅਸੀਂ ਤਾਂ ਡੁੱਬਣਾ ਹੈ ਨਹੀਂ ਭਾਈ, ਤੈਂ ਡੁੱਬਣਾ ਤੂੰ ਡੁੱਬ ਜਾ।
ਜੇ ਤੂੰ ਮੈਨੂੰ ਡੁਬੋਣਾ ਚਾਹੁੰਦਾ ਹੈ, ਆਪ ਤਾਂ ਡੁੱਬ ਰਿਹਾ, ਮੈਨੂੰ ਚਾਹੁੰਦਾ ਤੂੰ ਵੀ ਨਾਲ ਡੁੱਬ ਜਾ, ਤੇ ਤੂੰ ਮੇਰਾ ਹਮਦਰਦ ਤਾਂ ਨਾ ਹੋਇਆ। ਮੈਂ ਤੈਨੂੰ ਕਹਿਣਾ ਵੀ ਤੂੰ ਵੀ ਨਾ ਡੁੱਬ, ਮੈਂ ਤਾਂ ਡੁੱਬਦਾ ਨਹੀਂ, ਤੂੰ ਵੀ ਨਾ ਡੁੱਬ, ਤੇ ਹਮਦਰਦ ਮੈਂ ਹੋਇਆ ਕਿ ਹਮਦਰਦ ਤੂੰ ਹੋਇਆ? ਡੁਬੋਣ ਵਾਲਾ ਹਮਦਰਦ ਨਹੀਂ, ਦੁਸ਼ਮਣ। ਜੇ ਤੁਹਾਨੂੰ ਮਾਇਆ 'ਚ ਡੁਬੋ ਕੇ ਫੜ ਕੇ ਰੱਖਣ ਵਾਲਾ ਉਹ ਦੁਸ਼ਮਣ ਹੈ, ਉਹ ਦੋਸਤ ਨਹੀਂ ਹੋ ਸਕਦਾ, ਉਹ ਸਨੇਹੀ ਨਹੀਂ ਹੋ ਸਕਦਾ। ਰਾਮ ਸਨੇਹੀ ਹੈ ਤੁਹਾਡਾ, ਰਾਮ ਤੋਂ ਬਿਨਾਂ ਸਨੇਹੀ ਹੋਰ ਕੋਈ ਵੀ ਨਹੀਂ। ਜਿਹੜਾ ਰਾਮ ਸਨੇਹੀ ਨੂੰ ਤੋੜਦਾ ਹੈ ਉਹ ਸਨੇਹੀ ਨਹੀਂ ਹੋ ਸਕਦਾ। ਉਹ ਸਨੇਹੀ ਜੇ ਹੈਗਾ ਉਹਨੂੰ ਸਨੇਹ ਦਾ ਹੀ ਨਹੀਂ ਪਤਾ ਸਨੇਹ ਕੀ ਹੁੰਦਾ। ਉਹ ਝੂਠਾ ਪ੍ਰੀਤ ਹੈ ਉਹਦੇ ਕੋਲ, ਉਹ ਜਗਤ ਦੀ ਝੂਠੀ ਪ੍ਰੀਤ ਨੂੰ ਪ੍ਰੀਤ ਮੰਨੀ ਜਾਂਦਾ ਹੈ, ਉਹ ਝੂਠੀ ਪ੍ਰੀਤ ਹੈ। ਉਹ ਵੀ ਜਿੰਨਾ ਚਿਰ ਸਾਹ ਆਉਂਦਾ ਅੱਖਾਂ ਸਰੀਰ ਹੈ ਉਹਨਾਂ ਚਿਰ ਪ੍ਰੀਤ ਹੈ, ਬਾਅਦ 'ਚ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ, ਟੈਂਪਰੇਰੀ ਪ੍ਰੀਤ ਹੈ। ਹਾਂਜੀ। ਸਾਧ ਸੰਗ ਸਨੇਹੰ ਸਤਯੰ ਸੁਖਯੰ ਬਸੰਤ ਨਾਨਕ ਹੈ। ਸਾਧ ਸੰਗ ਸਨੇਹੰ ਸਤਯੰ, ਸਾਧ ਸੰਗ ਸਨੇਹੰ ਸਤਯੰ, ਸਾਧ ਸੰਗੀ ਹੋ ਲਫ਼ਜ਼ ਹੈ। ਸਾਧ ਸੰਗ ਹੈ, ਸਾਧ ਸੰਗ ਸਨੇਹੰ ਸਤਯੰ। ਅੱਛਾ, ਸਾਧ ਸੰਗ ਬਾਹਰ ਆ ਗਿਆ, ਸਾਧ ਹੋਣਾ ਹੈ। ਸਾਧ ਕੋਈ ਬਾਹਰ ਸਾਧ ਮਿਲ ਜਵੇ ਉਹਦੇ ਨਾਲ ਸਨੇਹ ਜਿਹੜਾ ਸੱਤਾ ਪਿਓ ਸਾਧ ਹੈ ਨਾ, ਪਿਓ ਨੂੰ ਪਿਓ ਨਹੀਂ ਮੰਨਦਾ, ਸਾਧ ਮੰਨਦਾ। ਕੋਈ ਚੌਥੇ ਪਾਤਸ਼ਾਹ ਨੂੰ ਕਿਹਾ ਸਾਧ ਸੰਗ ਕਹਿੰਦਾ ਮੈਂ ਪਿਓ ਨਾਲ ਸਨੇਹ ਨਹੀਂ ਕੀਤਾ, ਸਾਧਨਾ ਕੀਤਾ। ਉਹ ਸਾਧ ਉਹਦੇ ਪਿਓ ਵਾਲੇ ਰੂਪ ਨਾਲ ਸਨੇਹ ਨਹੀਂ ਕੀਤਾ, ਸਾਧ ਵਾਲੇ ਰੂਪ ਨਾਲ ਸਨੇਹ ਕੀਤਾ। ਉਹਦਾ ਮਨ ਸਾਧਿਆ ਹੋਇਆ ਸੀ। ਸਾਧ ਰੂਪ ਜਿਹੜਾ ਸਾਧਨਾ ਸਨੇਹ ਹੈ, ਸਦੇ ਹੋਏ ਨਾਲ ਸਨੇਹ ਹੈ। ਮਾਇਆ ਜਿਹਦਾ ਮਾਇਆ ਮੋਹ ਤਿਆਗਿਆ ਹੋਇਆ ਉਹਦੇ ਨਾਲ ਜਿਹੜਾ ਸਨੇਹ ਉਹ ਸਨੇਹ ਸੱਤ ਹੈ। ਸਤਯੰ, ਉਹ ਸੱਤ ਸਨੇਹ ਹੈ। ਦੂਜਾ ਸਨੇਹ ਝੂਠਾ ਪ੍ਰੀਤ ਹੈ ਜਗਤ ਦੀ। ਸੁਖਯੰ ਬਸੰਤ ਨਾਨਕ ਹੈ। ਸੁਖਯੰ ਬਸੰਤ ਨਾਨਕ, ਨਾਨਕ ਕਹਿੰਦਾ ਉਹਦੇ ਵਿੱਚ ਸੁੱਖ ਨਾ ਵਸਣਾ ਸੰਭਵ ਹੈ। ਐਸੇ ਸਨੇਹ ਦੇ ਵਿੱਚੋਂ ਸੁੱਖ ਦੀ ਪ੍ਰਾਪਤੀ ਹੈ। ਬਾਕੀ ਜਿਹੜੇ ਦੂਏ ਸਨੇਹ ਨੇ ਉਹ ਜੋ ਦੁੱਖ ਦੀ ਪ੍ਰਾਪਤੀ, ਉਹ ਸੁੱਖ ਦੀ ਹੋਣੀ ਹੋਈ ਨਹੀਂ। ਪਹਿਲੇ ਸ਼ਲੋਕ ਦੇ ਵਿੱਚ ਐਨ ਮੱਖਣ ਜਿਹੜਾ ਹੈ ਤੇ ਉਹ ਵਾਲ ਬਾਹਰ ਕੱਢ ਕੇ ਰੱਖਦੇ। ਇਹ ਸਾਰੇ ਵਾਲ ਸੀ ਪਾਏ ਹੋਏ ਮੱਖਣ ਦੇ ਵਿੱਚ, ਇਹ ਵਾਲ ਨੇ ਫਸੇ ਹੋਏ ਮੱਖਣ 'ਚ। ਐ ਉਹ ਵਾਲ ਹੁੰਦੇ ਨੇ ਮੱਖਣ 'ਚ, ਵਾਲ ਜਿਹੜੇ ਅੱਡ ਕਰੀਦੇ ਨੇ, ਐ ਵਾਲ ਨੇ ਮੱਖਣ 'ਚ ਪਏ, ਮੱਖਣ ਖਾਣ ਦਿੰਦੇ ਨੇ, ਹਲਕੇ 'ਚ ਫਸ ਜਾਣਗੇ ਵਾਲ। ਇਹ ਵਾਲ ਕੱਢ ਕੇ ਹੀ ਮੱਖਣ ਖਾ ਹੁੰਦਾ। ਇਹ ਮੱਖਣ ਨੇ ਸਾਨੂੰ ਤਾਂ ਮੱਖਣ ਖਾਇਆ, ਮੱਖਣ 'ਚ ਵਾਲ ਦਿਖਾਏ ਨੇ ਤੁਹਾਨੂੰ ਵੀ ਆਹ ਵਾਲ ਪਏ ਨੇ, ਨਾ ਖਾ, ਇਹਦੇ ਨਾਲ ਮੱਖਣ ਨਹੀਂ ਖਾਧਾ ਜਾਂਦਾ ਹੁੰਦਾ। ਇਹ ਮੱਖਣ 'ਚੋਂ ਵਾਲ ਕੱਢੇ ਨੇ ਬਾਹਰ। ਮੱਖਣ 'ਚ ਵਾਲਾਂ ਦੀ ਕਹਾਵਤ ਸੁਣੀ ਹੈ ਨਾ, ਹੁੰਦਾ ਕੀ ਆਏ ਨੇ ਮੱਖਣ 'ਚ ਵਾਲ ਪਏ ਨੇ ਨਾ, ਬਸ ਇਹੀ ਵਾਲ ਨੇ। ਹਾਂਜੀ। ਮਿਥਿਅੰਤ ਦੇਹੰ ਖੀਨੰਤ ਵਰਣੰ। ਮਿਥੰਤ ਦੇਹੰ, ਆ ਜਿਹੜੀ ਬਾਹਰਲਾ ਸਰੀਰ ਹੈ ਮਿੱਥਿਆ ਸਰੀਰ ਹੈ। ਮਿਥਿਅੰਤ ਦੇਹੰ, ਮਾਇਆ ਦਾ ਸਰੀਰ ਮਿੱਥਿਆ ਸਰੀਰ ਹੈ। ਜਿਹੜੀ ਇਹਦਾ ਜਿਹੜਾ ਬਾਹਰਲੀ ਦੇਹੀ ਹੈ ਤਾਂ ਮਿੱਥਿਆ। ਖੀਨੰਤ ਵਰਣੰ, ਇਹ ਤਾਂ ਖੀਣ, ਇਹ ਤਾਂ ਜਰਾ ਰੋਗ ਨੇ ਖੀਣ ਕਰੇ ਦੇਣਾ, ਇਹ ਤਾਂ ਪੁਰਾਣਾ ਹੋਏ ਜਾਣਾ, ਇਹ ਤਾਂ ਪੁਰਾਣਾ ਹੋ ਜਾਣਾ। ਖੀਨੰਤ ਵਰਣੰ, ਹਾਂ ਖੀਨੰਤ ਵਰਣ ਆ ਸਰੀਰ ਹੈ, ਵਰਣੰ, ਵਰਣ ਸਰੀਰ ਹੁੰਦਾ। ਉਹ ਵਰਣ ਚਾਰ ਵਰਣ ਨੇ ਨਾ, ਇਹ ਸਰੀਰ ਹੈ ਵਰਣ ਖਿਣ। ਵਰਧੰਤੀ ਜਰੂਆ ਹਿਤਿਅੰਤ ਮਾਇਆ। ਵਰਧੰਤੀ ਜਰੂਆ, ਜਰਾ ਰੋਗ ਹੈ। ਵਰਧੰਤੀ ਜਰੂਆ ਹਿਤਿਅੰਤ ਮਾਇਆ। ਇਹ ਕੀ ਹੈ? ਜਰਾ ਰੋਗ ਵੱਧਦਾ ਰਹਿੰਦਾ, ਮਾਇਆ ਨਾਲ ਹਿਤ ਵੀ ਵਧੀ ਜਾਂਦਾ। ਜਿਉਂ ਜਿਉਂ ਸਰੀਰ ਘਟਦਾ ਹੈ ਮਾਇਆ ਨਾਲ ਹਿਤ ਵੱਧਦਾ, ਮੋਹ ਵੱਧਦਾ। ਸਰੀਰ ਤਾਂ ਘਟਦਾ ਰਹਿੰਦਾ, ਜਰਾ ਰੋਗ ਖਾਂਦਾ ਰਹਿੰਦਾ, ਮਾਇਆ ਨਾਲ ਮੋਹ ਵੱਧਦਾ ਰਹਿੰਦਾ। ਵੀ ਮਾਇਆ ਕੀ ਕਰਨੀ ਹੈ ਸਰੀਰ ਤੇ ਬਿਨਾਂ? ਮਾਇਆ ਦਾ ਮੋਹ ਵਧੀ ਜਾਂਦਾ ਲਗਾਤਾਰ, ਸਰੀਰ ਘਟੀ ਜਾਂਦਾ। ਸਰੀਰ ਨੂੰ ਜਰਾ ਰੋਗ ਖਾਈ ਜਾਂਦਾ, ਮਾਇਆ ਦਾ ਮੋਹ ਅੰਦਰ ਵਧੀ ਜਾਂਦਾ ਅੰਦਰਲੇ ਸਰੀਰ 'ਚ। ਆ ਇਹਦਾ ਭੈੜਾਪਣ ਦੱਸਿਆ ਸਰੀਰ ਦਾ, ਬਾਹਰਲੇ ਦਾ। ਇਹ ਬਿਮਾਰੀ ਦੱਸੀ ਹੈ, ਐਂ ਬਿਮਾਰੀ ਵੱਧਦੀ ਹੈ। ਇਹ ਵਿਆਧ ਕਹਿੰਦੇ ਨੇ ਇਹਨੂੰ, ਆਹ ਵਿਆਧ ਹੈ।
ਵਿਆਦ ਕੀ ਹੋਈ? ਬੱਚੇ ਨੂੰ ਇੰਨਾ ਮੋਹ ਨਹੀਂ ਹੁੰਦਾ ਪੂਰਾ, ਬੱਚੇ ਨੂੰ ਇੰਨਾ ਲੋਭ ਨਹੀਂ ਹੁੰਦਾ। ਜੇ ਬੜਾ ਹੋਇਆ ਤੇ ਮੋਹ ਤਾਂ ਵਧੀ ਗਿਆ ਮਾਇਆ ਦਾ, ਤਾਂ ਸਰੀਰ ਜਰਾ ਰੋਗ ਜਵਾਨੀ ਨੂੰ ਖਾਈ ਗਿਆ, ਸਰੀਰ ਘਟੀ ਗਿਆ ਤੇ ਉਹ ਮੋਹ ਵਧੀ ਗਿਆ, ਬਿਮਾਰੀ ਵਧੀ ਗਈ, ਜਰਾ ਰੋਗ ਵਧੀ ਗਿਆ, ਮਜ਼ਬੂਤ ਹੋਈ ਗਿਆ, ਤਕੜਾ ਹੋਈ ਗਿਆ। ਜਾਂ ਜਰ ਆਈ ਜੋਬਨ ਹਾਰ ਬਣ ਗਿਆ ਅਖੀਰ। ਪਰ ਮਾਇਆ ਦਾ ਮੋਹ ਨਹੀਂ ਘਟਿਆ। ਜਦ ਪਿਆ ਮੰਜੇ ਤੇ ਇਸ਼ਾਰਿਆਂ ਨਾਲ ਵੀ ਮਾਇਆ ਦੀ ਗੱਲ ਕਰਦਾ, ਅੱਖ ਦੇ ਇਸ਼ਾਰੇ ਨਾਲ ਗੱਲ ਕਰਦਾ, ਉਹ ਸਗੋਂ ਹੋਰ ਵੱਧ ਗਿਆ। ਉਹ ਨਕਸ਼ਾ ਦੱਸਿਆ ਕਬੀਰ ਨੇ, ਜਿਹੜੀ ਉੱਥੇ ਗੱਲ ਕਹੀ ਹੈ। ਇਹ ਇੰਨਾ ਵੱਧ ਜਾਣਾ ਕਿ ਜਿੰਨਾ ਚਿਰ ਧੀਰੀ ਅੱਖ ਦੀ ਚੱਲਦੀ ਉਹਦੇ ਨੂੰ ਵੀ ਮਾਇਆ ਦੀ ਉਹ ਗੱਲ ਸਮਝਾ ਰਿਹਾ। ਹਾਂਜੀ। ਅਤਿਅੰਤ ਆਸਾ ਅਥਿਤਯੰ ਭਵਨੰ। ਅਤਿਅੰਤ ਆਸਾ ਕਾਹਦੀ ਹੈ? ਅੱਤ ਇੱਛਾਵਾਂ ਦੀ ਅੱਤ ਹੋ ਗਈ। ਅਤਿਅੰਤ ਆਸ਼ਾਵਾਂ ਇੰਨੀਆਂ, ਇੱਛਾਵਾਂ ਇੰਨੀਆਂ ਨੇ, ਕੋਈ ਗਿਣਤੀ ਹੋਈ ਹੈ ਨਹੀਂ। ਅਤਿਅੰਤ ਬੇਅੰਤ ਇੱਛਾਵਾਂ ਪੈਦਾ ਹੋਈ ਜਾਂਦੀਆਂ ਨੇ। ਅਥਿਤਯ ਭਵਨੰ। ਅਥਿਤਯ ਭਵਨੰ ਕਿਹਦੇ ਵਿੱਚ? ਭਵਨ ਦੇ ਵਿੱਚ, ਹਿਰਦੇ 'ਚ। ਆਥਿਤਯ ਭਵਨੰ ਜਿੱਥੇ ਅਥਿਤੀ ਵਾਂਗੂ ਬੈਠਾ, ਧਰਮਸ਼ਾਲਾ ਵਾਂਗੂ ਬੈਠਾ। ਸਰੀਰ ਕੀ ਹੈ? ਅਥਿਤਯ ਭਵਨੰ। ਪ੍ਰਾਹੁਣਾ ਨਹੀਂ ਆਇਆ ਹੁੰਦਾ। ਨਾਠੜੀਏ ਦਿਨ ਚਾਰ। ਜਿਹੜੇ ਘਰ 'ਚ ਪ੍ਰਾਹੁਣਚਾਰੀ ਬੈਠਾ, ਉੱਥੇ ਇੱਛਾਵਾਂ ਇੰਨੀਆਂ ਨੇ ਕਿ ਵੀ ਆ ਵੀ ਆ ਜਾਵੇ ਇੱਥੇ, ਆ ਵੀ ਆ ਜਾਵੇ, ਆ ਵੀ ਉੱਥੇ ਕਾਇ ਦਿਨ ਕੱਟਣੇ ਨੇ। ਇੱਥੇ ਗਿਆ ਦਾ ਪ੍ਰਾਹੁਣਾ ਹੋਇਆ, ਉੱਥੇ ਪ੍ਰਾਹੁਣਚਾਰੀ ਆਇਆ ਹੋਇਆ ਸੰਸਾਰ 'ਚ, ਇੱਛਾਵਾਂ ਇੰਨੀਆਂ ਵਾਲੀ ਬੈਠਾ। ਅਥਿਤਯ ਭਵਨ, ਅਤਿਥੀ ਹੁੰਦਾ ਨਾ ਉਹ ਜਿਹੜਾ ਜਿਹਨੇ ਚਲਿਆ ਜਾਣਾ, ਥੋੜੇ ਕੁਝ ਦਿਨਾਂ ਦਾ ਪ੍ਰਾਹੁਣਾ ਕਹਿੰਦੇ ਨਹੀਂ, ਮਹਿਮਾਨ ਕੁਝ ਦਿਨ ਦਾ, ਜਾਂ ਮੁਸਾਫਰ ਵੀ ਚਲੋ ਅਤਿਥੀ ਹੁੰਦਾ, ਰਾਤ ਨੂੰ ਕਿਤੇ ਠਹਿਰ ਗਿਆ, ਮਹਿਮਾਨ ਹੁੰਦਾ। ਹਾਂ। ਗਣੰਤ ਸੁਵਾਸਾ ਭਿਆਨ ਧਰਮੰ। ਗਣੰਤ ਸੁਵਾਸਾ ਭਿਆਨ ਧਰਮੰ। ਸਾਹ ਗਿਣ ਰਿਹਾ ਕੋਈ, ਉਧਰ ਸਾਹ ਗਿਣੇ ਜਾ ਰਹੇ ਨੇ, ਦਿਨ ਗਿਣੇ ਜਾ ਰਹੇ ਨੇ ਨਾ ਅਤਿਥੀ ਦੇ। ਗਣੰਤ ਸੁਵਾਸਾ ਭਿਆਨ ਧਰਮੰ। ਧਰਮਰਾਜ ਜਿਹੜਾ ਹੈਗਾ, ਧਰਮਰਾਜ ਸਾਹ ਗਿਣੇ, ਜਿਹੜਾ ਸਾਹ ਲੈਂਦਾ ਉਸਨੇ ਗਿਣਨੇ ਨੇ ਵੀ ਇੰਨੇ ਲੈ ਲਏ, ਇੰਨੇ ਬਾਕੀ ਰਹਿ ਗਏ। ਉਹ ਜਿਹੜਾ ਸਾਹ ਲੈ ਰਿਹਾ ਧਰਮਰਾਜ, ਉਹ ਸਾਹ ਗਿਣਦਾ, ਉਹ ਗਿਣ ਕੇ ਲੈਂਦਾ, ਉਹ ਆਪਣੇ ਜਿੰਨੇ ਉਹਦੇ ਕੋਲ ਗਿਣਤੀ ਚੱਲਦੀ ਹੈ ਵੀ ਇੰਨੇ ਬਾਕੀ ਰਹਿ ਗਏ। ਉੱਥੇ ਉਲਟੀ ਗਿਣਤੀ ਚੱਲਦੀ ਹੈ ਸਾਹਾਂ ਦੀ ਵੀ ਇੰਨੇ ਰਹਿ ਗਏ, ਜਿਵੇਂ ਗੁਰੂਕੋਸ ਲੱਗਿਆ ਹੁੰਦਾ। ਜਿਹੜਾ ਲੱਗ ਗਿਆ, ਬਾਕੀ ਦਾ ਹੀ ਦੇਖਣਾ ਵੀ ਇੰਨਾ ਰਹਿ ਗਿਆ ਬਈ ਬੋਤਲ 'ਚ। ਜਿਹੜਾ ਬਚਿਆ ਆ ਉਸੇ ਦਾ ਟਾਈਮ ਹੈ ਲੱਗਣ ਦਾ, ਜਿਹੜਾ ਲੱਗ ਗਿਆ ਉਹ ਤਾਂ ਲੱਗੇ ਗਿਆ। ਉਹ ਕਹਿੰਦੇ ਹਾਂ 15 ਮਿੰਟ ਦਾ ਹੋਰ ਹੈਗਾ, ਜੋ 15 ਮਿੰਟ 'ਚ ਲੱਗ ਜੂਗਾ ਸਾਰਾ ਹੀ, ਬੋਤਲ ਖਾਲੀ ਹੋ ਜੂ। ਉਹ ਕਹਿੰਦਾ ਇੰਨੇ ਕੁ ਸਾਹ ਰਹਿੰਦੇ ਨੇ, ਬਸ ਹੋਇਆ ਖਾਲੀ ਭਾਂਡਾ। ਆ ਨਕਸ਼ਾ ਦੱਸਿਆ, ਐ ਬਣਿਆ ਹੋਇਆ ਨਕਸ਼ਾ, ਐ ਚੱਲਦਾ ਹੈ। ਗਣੰਤ ਸੁਵਾਸਾ ਭਿਆਨ ਧਰਮੰ। ਭਿਆਨ ਧਰਮ, ਧਰਮਰਾਜ ਜਿਹੜਾ ਭੈ ਵਿੱਚ ਚੱਲਦਾ ਹੈ, ਉਹ ਤਾਂ ਹੁਕਮ ਦੇ ਵਿੱਚ ਹੈ, ਹੁਕਮ ਹੀ ਬੰਦਾ। ਸਾਹ ਲੈ ਰਿਹਾ ਉਹਨੇ ਤਾਂ ਉਹਨੇ ਸਾਹ ਲੈਣੇ ਜਿੰਨੇ ਉਹਨੂੰ ਹੁਕਮ ਹੈ। ਉਹ ਤਾਂ ਹੁਕਮ ਹੀ ਬੰਦਾ, ਭੈ ਵਿੱਚ ਚੱਲਣ ਵਾਲਾ। ਭਿਆਨ ਧਰਮ, ਭੈ ਦੇ ਵਿੱਚ ਆ ਕੇ ਸਾਹ ਲੈ ਰਿਹਾ, ਉਹ ਭੈ ਵਿੱਚ ਬੱਝਾ ਹੋਇਆ ਸਾਹ ਲੈ ਰਿਹਾ, ਉਹ ਤਾਂ ਹੁਕਮ ਹੀ ਬੰਦਾ। ਪਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰਿੰ ਨਾਨਕ। ਪਟੰਤ ਮੋਹ ਪਤੰਤ ਮੋਹ ਕੂਪ। ਪਤੰਤੀ ਮੋਹ ਕੂਪ। ਪਤੰਤੀ ਮੋਹ ਕੂਪ ਦੁਰਲਭ ਦੇਹੰ। ਅਖੀਰ ਨੂੰ ਕੀ ਹੋਣਾ? ਜਿਹੜੇ ਪਤਿਤ ਆਦਮੀ ਨੇ ਨਾ, ਪਤਿਤ ਕੌਣ ਨੇ? ਮੋਹ ਦੇ ਖੂਹ 'ਚ ਪਏ ਹੋਏ ਨੇ, ਜਿਹੜੇ ਮੋਹ ਮਾਇਆ 'ਚ ਫਸੇ ਨੇ, ਉਹੀ ਪਤਿਤ ਨੇ। ਮੋਹ ਕੂਪ ਪੜੰਤ ਹੋਊਗਾ, ਪੱਪਾ ਤੱਤੇ ਨੂੰ ਟਿੱਪੀ। ਪਤੰਤ ਪੈ ਜਾਂਦੇ ਨੇ, ਡਿੱਗ ਜਾਂਦੇ, ਪਤੰਤ ਪਏ ਹੋਏ ਨੇ। ਆਪ ਦੁਰਲਭਿਆ ਦੇਹੰ ਤਤ ਆਸਰਿੰ ਨਾਨਕ। ਪਤੰਤ ਮੋਹਕੂਪ,
ਦੁਰਲਭ ਦੇਹੰ ਆ ਦੁਰਲਭ ਦੇਹ ਨੂੰ ਲੈ ਕੇ ਨਾ ਮੋਹ ਦੇ ਮਾਇਆ ਦੇ ਵਿੱਚ ਜਿਹੜੇ ਮਨੁੱਖਾ ਜਨਮ ਲੈ ਕੇ ਵੀ ਜਿਹੜੇ ਮੋਹ ਮਾਇਆ ਦੇ ਖੂਹ 'ਚ ਗਿਰੇ ਹੋਏ ਨੇ। ਹਾਂ, ਤਤ ਆਸਰਿਯੰ ਨਾਨਕ ਪਤੰਤ ਮੋਹ ਕੂਪ ਦੁਰਲਭ ਦੇਹੰ ਤਤ ਆਸਰਿਯੰ ਨਾਨਕ ਤਤ ਆਸਰਿਯੰ ਨਾਨਕ ਆਸਰਿਯੰ ਨਾਨਕ। ਜਿਹਨੇ ਤਤ ਦਾ ਆਸਰਾ ਲੈਣਾ ਸੀ, ਜਿਹਦੀ ਤਤ ਗਿਆਨ ਦੁਰਲਭ ਦੇ ਦੀ ਖੁਰਾਕ ਸੀ, ਸੱਚ ਖਾਣਾ ਸੱਚ ਪਹਿਨਣਾ ਸੀ, ਉਹ ਹੈ ਮੋਹ ਮਾਇਆ ਦੇ ਖੂਹ 'ਚ ਡਿੱਗਿਆ ਹੋਇਆ, ਸੰਸਾਰੀ ਪਦਾਰਥਾਂ ਦੇ ਮਗਰ ਭੱਜਦਾ। ਇਹਦੀ ਤਾਂ ਖੁਰਾਕ ਹੈ ਨਹੀਂ ਸੀ, ਇਹਦਾ ਤਾਂ ਮਤਲਬ ਹੈ ਕੋਈ ਨਹੀਂ ਸੀ ਨਾ ਚੀਜ਼ਾਂ ਦਾ। ਜਿਨ੍ਹਾਂ ਦੇ ਮਗਰ ਇਹ ਭੱਜਿਆ ਹੋਇਆ, ਕਿਹੜੀ ਚੀਜ਼ ਹੈ ਇਹਦੇ ਮਤਲਬ ਦੀ? ਉਹ ਸਰੀਰ ਦੇ ਮਤਲਬ ਦੀਆਂ ਚੀਜ਼ਾਂ ਨੇ। ਸਰੀਰ ਇੱਥੋਂ ਪੈਦਾ ਇੱਥੇ ਹੀ ਰਹਿ ਜਾਣਾ। ਤੂੰ ਜੋ ਸਮਾਨ ਇਕੱਠਾ ਕਰਕੇ ਰੱਖੀ ਜਾਂਦਾ, ਤੇਰੇ ਕਿਸ ਕੰਮ ਦਾ? ਜਿਹੜੇ ਕੰਮ ਤੂੰ ਲੱਗਿਆ ਤੇਰੇ ਕਿਸ ਕੰਮ ਇਹ ਆਉਣੇ ਨੇ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹ ਅਵਰ ਕਾਜ ਲੱਗਿਆ ਹੋਇਆ, ਇਹ ਨਹੀਂ ਤੇਰੇ ਇੱਥੇ ਕੰਮ ਦਾ ਕੁਛ ਵੀ ਨਹੀਂ ਹੈ ਜੋ ਤਾਂ ਇਕੱਠਾ ਕੀਤਾ। ਤੇਰੇ ਨਾਲ ਨਹੀਂ ਜਾਣਾ, ਲੈਣ ਨਹੀਂ ਦੇਣ ਨਹੀਂ। ਨਾਮ ਤਾਂ ਤੇਰਾ ਉਹ ਲੈਣਗੇ ਜਿਹੜੇ ਮਾਇਆਧਾਰੀ ਨੇ, ਉਸਤਤਾ ਤੇਰੀ ਕਰਨਗੇ ਉਹ ਜਿਹੜੇ ਮਾਇਆਧਾਰੀ ਨੇ। ਜੇ ਤੂੰ ਰਾਜਾ ਵੀ ਹੋ ਗਿਆ, 4 ਵਾਰ 5 ਵਾਰ ਮੁੱਖ ਮੰਤਰੀ ਵੀ ਬਣ ਗਿਆ, ਮਾਇਆਧਾਰੀ। ਕੁਛ ਆਦਮੀ ਬਦਨਾਮੀ ਵੀ ਮਾਇਆਧਾਰੀ ਕਰਨਗੇ। ਬਦਨਾਮੀ ਕਰਨ ਵਾਲੇ ਜ਼ਿਆਦਾ ਹੋਣਗੇ, ਉਸਤ ਕਰਨ ਵਾਲੇ ਘੱਟ ਹੋਣਗੇ ਬਾਅਦ 'ਚ। ਹੁਣ ਦੇਖ ਲਓ, ਕੋਈ ਦੇਖ ਲਓ, ਪੁਰਾਣੇ ਪ੍ਰਾਈਮ ਮਿਨਿਸਟਰਾਂ 'ਚੋਂ ਦੇਖ ਲਓ, ਵਡਿਆਈ ਮਹਾਤਮਾ ਗਾਂਧੀ ਨੂੰ ਦੇਖ ਲਓ। ਹਿੰਦੁਸਤਾਨ 'ਚ ਵਡਿਆਈ ਕਰਨ ਵਾਲੇ ਘੱਟ ਨੇ, ਮਹਾਤਮਾ ਗਾਂਧੀ ਦੀ ਖਿਲਾਫਤ ਕਰਨ ਵਾਲੇ ਜ਼ਿਆਦਾ ਨੇ ਇਸ ਵਕਤ ਵੀ। ਜਵਾਹਰ ਲਾਲ ਦੇਖ ਲਓ, ਹਾਲਾਂਕਿ ਤਿਆਗ ਸੀ ਉਹਨਾਂ ਲੋਕਾਂ ਦੇ ਵਿੱਚ। ਇਹੋ ਜਿਹਾ ਜੀਵਨ ਹੋਣਾ ਮੁਸ਼ਕਿਲ ਹੈ ਹਰੇਕ ਆਦਮੀ ਦਾ, ਫਿਰ ਵੀ ਲੋਕ ਖਿਲਾਫਤ ਕਰਨ ਵਾਲੇ ਜ਼ਿਆਦਾ ਨੇ। ਔਰ ਜਿਨ੍ਹਾਂ ਦਾ ਉਹ ਜਿਹਾ ਜੀਵਨ ਨਹੀਂ, ਉਹਨਾਂ ਦੀ ਤਾਂ ਗੱਲੇ ਕੀ ਕਰਨੀ ਹੈ। ਜਿਨ੍ਹਾਂ ਦਾ ਉਹ ਜਿਹਾ ਜੀਵਨ ਹੈ ਨਹੀਂ, ਉਹਨਾਂ ਦੀ ਤਾਂ ਗੱਲੇ ਕੀ ਕਰਨੀ ਹੈ। ਆਖਰ ਤਾਂ ਮਾਇਆ ਦੇ ਨਾਲ ਸੰਬੰਧੀ, ਚਾਹੇ ਜਵਾਹਰ ਲਾਲ ਸੀ, ਚਾਹੇ ਮਹਾਤਮਾ ਗਾਂਧੀ ਸੀ। ਦ੍ਰਿਸ਼ਟੀਕੋਣ ਤਾਂ ਉਹ ਹੈ ਨਹੀਂ ਸੀ ਭਗਤੀ ਵਾਲਾ, ਤੇ ਮਾਇਆ ਵਾਲੇ ਦ੍ਰਿਸ਼ਟੀਕੋਣ ਵਾਲੇ ਦਾ ਤਾਂ ਇਹੀ ਹਾਲ ਹੁੰਦਾ। ਦੇਸ਼ ਭਗਤੀ ਵਾਲਿਆਂ ਦਾ ਇਹੀ ਹਾਲ ਹੁੰਦਾ। ਦੇਸ਼ ਭਗਤੀ ਨਹੀਂ, ਕਲੇਸ਼ ਭਗਤੀ ਹੈ। ਇਹ ਕਲੇਸ਼ ਭਗਤੀ ਹੈ। ਸਾਰੇ ਕਲੇਸ਼ੀ ਨੇ ਕਲੇਸ਼ 'ਚ ਫਸੇ ਨੇ, ਦੇਸ਼ ਭਗਤ ਨੇ। ਕਲੇਸ਼ ਇਹਨਾਂ ਦਾ ਪਾਇਆ। ਜਿੰਨੇ ਸਿਆਸਤਦਾਨ ਨੇ, ਕਿਹੜਾ ਕਹਿੰਦਾ ਮੈਂ ਦੇਸ਼ ਭਗਤ ਨਹੀਂ? ਜੇ ਦੇਸ਼ ਭਗਤ ਨੇ, ਲੜਾਈ ਕਿਹੜੀ ਗੱਲ ਦੀ ਹੈ? ਕਲੇਸ਼ ਭਗਤੀ ਹੈ, ਦੇਸ਼ ਭਗਤੀ ਨਹੀਂ ਹੈ। ਜੇ ਵਾਕਿਆ ਹੀ ਦੇਸ਼ ਭਗਤੀ ਹੋਵੇ, ਲੜਾਈ ਕਿਹੜੀ ਗੱਲ ਦੀ ਹੈ? ਸਾਰੇ ਦੇਸ਼ ਹਿੱਤ ਵਿੱਚ ਨੇ, ਫਿਰ ਲੜਾਈ ਕਿਹੜੀ ਗੱਲ ਦੀ ਹੈ? ਇਹ ਸਭ ਕਲੇਸ਼ ਭਗਤੀ ਹੈ। ਉੱਤੋਂ ਦੇਸ਼ ਭਗਤੀ ਹੈ। ਕਹਿਣ ਨੂੰ ਦੇਸ਼ ਭਗਤੀ ਹੈ, ਅਸਲ 'ਚ ਕਲੇਸ਼ ਭਗਤੀ ਹੈ। ਕਲਾ ਕਲੇਸ਼ਾ ਝਗੜੇ ਇਸੇ ਗੱਲ ਦੇ ਨੇ, ਹੋਰ ਕੀ ਨੇ। ਹਾਂਜੀ, ਗੋਬਿੰਦ 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 ਗੋਪਾਲ ਕਿਰਪਾ। ਗੋਬਿੰਦ 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 ਗੋਪਾਲ ਕਿਰਪਾ। ਬਸ ਗੋਪਾਲ ਗੋਬਿੰਦ ਗੋਪਾਲ ਦੀ ਜਿਹੜੀ ਕਿਰਪਾ ਹੈ ਨਾ, ਇਹੀ ਭਗਤੀ ਹੈ। ਜਿਹੜੀ ਭਗਤੀ ਨਾ ਗੋਬਿੰਦ ਦੀ ਕਿਰਪਾ ਹਾਸਲ ਹੋਵੇ, ਗੋਪਾਲ ਦੀ ਕਿਰਪਾ ਦਾ ਪਾਤਰ ਬਣੇ, ਉਹ ਭਗਤੀ ਹੈ। ਦੇਸ਼ ਭਗਤੀ ਨਾਲ ਕਿਸੇ ਤੇ ਗੋਬਿੰਦ ਗੋਪਾਲ ਦੀ ਕਿਰਪਾ ਹੋਈ ਹੋਵੇ, ਸਾਬਤ ਕਰਕੇ ਦਿਖਾਓ। ਕਿਉਂ ਹੋਊਗੀ? ਤੁਹਾਨੂੰ ਤਾਂ ਲੱਗਦਾ ਗਵਾਂਢੀ ਦੇਸ਼ ਨਹੀਂ ਚੰਗਾ ਲੱਗਦਾ, ਤੁਹਾਨੂੰ ਤਾਂ ਹਰਿਆਣਾ ਚੰਗਾ ਨਹੀਂ ਲੱਗਦਾ ਪੰਜਾਬ ਵਾਲਿਆਂ ਨੂੰ। ਫਿਰ ਬਠਿੰਡਾ ਜ਼ਿਆਦਾ ਚੰਗਾ ਲੱਗਦਾ, ਲੁਧਿਆਣਾ ਨਹੀਂ ਉਹਨਾਂ ਚੰਗਾ ਲੱਗਦਾ, ਗੋਬਿੰਦਗੜ੍ਹ ਬਿਲਕੁਲ ਨਹੀਂ ਚੰਗਾ ਲੱਗਦਾ, ਪਿਆ ਉਜੜ ਜਾਵੇ। ਇਹ ਦੇਸ਼ ਭਗਤੀ ਹੈ। ਦੇਸ਼ ਭਗਤੀ ਹੁੰਦੀ, ਦੇਸ਼ ਤਾਂ ਸਾਰਾ ਭਾਰਤ ਆ, ਫਿਰ ਹਰਿਆਣੇ ਨਾਲ ਕੀ ਵੈਰ ਹੈ ਬਈ?
ਕਹਿਣ ਨੂੰ ਦੇਸ਼ ਭਗਤੀ ਹੈ, ਹਰਿਆਣਾ ਦੇਸ਼ 'ਚ ਨਹੀਂ ਹੈ। ਇਹ ਸਭ ਕਲੇਸ਼ ਭਗਤੀ ਹੈ ਇਹਨਾਂ ਦੀ, ਦੇਸ਼ ਭਗਤੀ ਹੈ ਇਹਨਾਂ ਦੀ। ਦੇਸ਼ ਭਗਤੀ ਉਹਨਾਂ ਖਾਤਰ ਜਿਹੜੇ ਮੂਰਖ ਨੇ ਉਹ ਮੰਨ ਲੈਣ ਗੱਲ। ਤੁਹਾਡੇ ਗਾਂ ਪਤੰਦਰ ਨੇ ਬੈਠੇ, ਤੁਹਾਡੇ ਅੰਦਰ ਜਾਣਦੇ ਨੇ, ਘੱਟ ਕੇ ਅੰਦਰ ਦੀ ਜਾਣਦੇ ਨੇ। ਉਹ ਕਿਸੇ ਦਾ ਅੰਦਰ ਨਹੀਂ ਰੁਕਿਆ ਹੋਇਆ, ਇੱਥੇ ਸਾਰੇ ਜਾਣਦੇ ਨੇ, ਸਾਰਿਆਂ ਨੂੰ ਸਾਰੇ ਹੀ ਜਾਣਦੇ ਨੇ। ਪਬਲਿਕ ਹੈ, ਸਭ ਜਾਣਦੀ ਹੈ। ਕੌਣ ਨਹੀਂ ਜਾਣਦਾ ਕਿਹਦੇ ਅੰਦਰ ਦੀ ਗੱਲ? ਸਾਰੇ ਹੀ ਜਾਣਦੇ ਨੇ। ਕਹੇ ਕੌਣ? ਕਹੇ ਤਾਂ ਉਹ ਜਿਹੜਾ ਕੋਈ ਮੂਰਖ ਹੋਵੇ ਉਹ ਗੱਲ ਕਹੇ ਇਹਨਾਂ ਨੂੰ। ਇਹ ਗੱਲ ਤਾਂ ਕੋਈ ਮੂਰਖੇ ਕਹੇ, ਅਕਲ ਵਾਲਾ ਕਿਹੜਾ ਇਹ ਗੱਲ ਕਹੂਗਾ? ਮੂਰਖ ਕਹੂ ਕੋਈ ਇਹ ਗੱਲ। ਸੱਚ ਤਾਂ ਮੂਰਖ ਬੋਲਦੇ ਨੇ, ਅਕਲ ਵਾਲੇ ਤਾਂ ਸੱਚ ਬੋਲਦੇ ਹੀ ਨਹੀਂ। ਸੱਚ ਬੋਲ ਕੇ ਉਹਨਾਂ ਨੇ ਆਪਣਾ ਕੁੰਡਾ ਕਰਾਉਣਾ, ਸੱਚ ਬੋਲਣਗੇ ਵੋਟ ਕੋਈ ਨਹੀਂ ਮਿਲਣੀ। ਹਾਂਜੀ। ਕਾਚ ਕੋਟੰ ਰਚਯੰਤ ਤੋਯੰ ਲੇਪਨੰਗ ਰਕਤ ਚਰਮਨ ਹੈ। ਹਾਂਜੀ। ਕਾਚ ਕੋਟੰ ਰਚਯੰਤ ਤੋਯੰ, ਕਾਚ ਕੋਟੰ ਰਚਯੰਤ ਤੋਯੰ, ਤਾਂ ਕੀ ਕਾਹਦਾ ਕਿਲਾ ਬਣਾ ਲਿਆ ਬਈ ਵੱਡੇ ਸੂਰਮੇ ਨੇ? ਲੇਪਨੰ ਰਕਤ ਚਰਮਨ ਹੈ। ਕੱਚਾ ਕਿਲਾ ਬਣਾ ਲਿਆ ਸਰੀਰ, ਕਾਚੀ ਗਾਗਰ ਸਰ ਪਰ ਫੂਟਾ। ਰਚੰਤੀ ਤੋਯੰ, ਆ ਕੱਚਾ ਕੋਟ ਬਣਾਈ ਬੈਠਾ ਆ ਸਰੀਰ। ਮੜ ਜੀ ਲੱਗ ਜਾ ਨਾ, ਫੇਟ ਜੀ ਹੋ ਜਾਂਦਾ, ਹੋਰੇ ਕੁਝ ਬਣ ਜਾਂਦਾ ਇਹਦਾ। ਲੇਪਨੰ ਕਾਚ ਕੋਟਮ, ਕੱਚਾ ਕਿਲਾ ਬਣਾ ਕੇ ਬੈਠਾ ਤੂੰ। ਰਚੰਤੀ ਤੋਯੰ, ਤੈਂ ਰਚਿਆ ਹੈ ਕੱਚਾ ਕਿਲਾ। ਕੱਚਾ ਹੀ ਕਿਲਾ, ਸਰੀਰ ਕੱਚਾ ਹੀ ਹੈ। ਇਹ ਤੈਂ ਰਚ ਲਿਆ, ਬੜੇ ਕਲਾਕਾਰ ਨੇ। ਲੇਪਨੰ ਰਕਤ ਚਰਮਨ ਹੈ। ਲਿਪਿਆ ਹੋਇਆ ਕਾਹਦੇ ਨਾਲ? ਚੰਮ ਨਾਲ, ਖੂਨ ਨਾਲ ਇਹਦਾ ਲੇਪ ਚਾੜ ਲਿਆ। ਚਰਮਨ ਹੈ, ਚਰਮ ਚੰਮ, ਚਮ ਹਾੜ ਲਪੇਟੇ ਚੰਮ ਨਾਲ ਜਿਹੜੀ ਰਕਤ ਹੈ ਇਹਦੇ ਨਾਲ ਇਹਨੂੰ ਲਿਪ ਲਿਆ, ਅੰਦਰਲੇ ਨੂੰ ਲਿਪ ਲਿਆ। ਆ ਤਾਂ ਉੱਪਰ ਤਾਂ ਲੇਪ ਹੈ ਸਰੀਰ ਤਾਂ, ਚਰਮਨ ਹੈ। ਜਿਹੜਾ ਲਿਪਿਆ ਇਹੀ ਕਿਲਾ ਸਾਡਾ ਬਣਿਆ ਹੋਇਆ। ਬਾਹਰ ਜਿਵੇਂ ਤਲਵਾਰ ਦਾ ਮਿਆਨ ਹੁੰਦਾ ਨਾ, ਲੱਕੜ ਦਾ, ਤਲਵਾਰ ਹੁੰਦੀ ਹੈ ਲੋਹੇ ਦੀ। ਇਸ ਕਰਕੇ ਅੰਦਰਲਾ ਤਾਂ ਸਾਰ ਹੈ ਸਰੀਰ, ਬਾਹਰਲਾ ਤਾਂ ਲੱਕੜ ਵਾਂਗੂ ਹੈ। ਤਾਂ ਉਹੀ ਬਸ ਇਹ ਤਾਂ ਥੋੜੀ ਜਿਹੀ ਠੋਕਰ ਨਾਲੇ ਚਲਾ ਜਾਂਦਾ ਲੱਕੜ। ਹਾਂਜੀ। ਨਵੰਤ ਦਵਾਰੰ ਭੀਤ ਰਹਿਤਿਯੰ ਵਾਯ ਰੂਪੰ ਅਸਥੰਭਨ ਹੈ। ਨੌ ਦੁਆਰੇ ਜਿਹੜੇ ਸਰੀਰ ਦੇ ਨੇ ਇਹਦੇ ਨਾਲ ਜ਼ਿਆਦਾ ਜੁੜਿਆ ਰਹਿਣਾ ਤੂੰ। ਨਵੰਤ ਦਵਾਰੰ ਭੀਤ, ਨੌ ਦੁਆਰੇ ਜਿਹੜੇ ਸਰੀਰ ਦੇ ਨੇ ਇਹਨਾਂ ਦੀ ਤੈਨੂੰ ਜਾਣਕਾਰੀ ਹੈ ਸਾਰਿਆਂ ਦੇ ਨਾਲ। ਭੀਤ ਰਹਿਤਿਯੰ, ਇਹਦੇ ਵਿੱਚ ਰਹਿਣਾ ਨਾ, ਨੌ ਦੁਆਰਿਆਂ 'ਚ ਵਿਚਰਦਾ। ਤ੍ਰਿਕੁਟੀ ਨੌ ਦੁਆਰਿਆਂ ਨਾਲ ਜੁੜੀ ਹੋਈ ਹੈ। ਦਿਮਾਗ ਦਸਮ ਦੁਆਰ ਦਾ ਨਹੀਂ ਇੱਥੇ ਪਤਾ ਬੈਠਣ ਵਾਲੇ ਨੂੰ। ਦਸਮ ਦੁਆਰੇ ਵਾਲਾ ਸਾਹ ਲੈਂਦਾ, ਸਾਹ ਲੈਣ ਵਾਲਾ ਦਸਮ ਦੁਆਰੇ ਤੋਂ ਸਾਹ ਆਉਂਦਾ। ਤੇ ਨੌ ਦੁਆਰਾ ਵਾਲਾ ਤ੍ਰਿਕੁਟੀ 'ਚ ਬੈਠਾ। ਤ੍ਰਿਕੁਟੀ ਜੁੜ ਕੇ ਨੌ ਦੁਆਰੇ ਨਾਲ ਜੁੜ ਜਾਂਦਾ। ਤ੍ਰਿਕੁਟੀ ਜੁੜੇ ਨੂੰ ਦਸਮ ਦੁਆਰ ਦਾ ਨਹੀਂ ਪਤਾ ਲੱਗਦਾ। ਦਸਮ ਦੁਆਰ ਦਾ ਪਤਾ ਲੱਗਦਾ ਤ੍ਰਿਕੁਟੀ ਛੁੱਟੇ ਤੋਂ ਬਾਅਦ। ਜਿੰਨਾ ਚਿਰ ਤ੍ਰਿਕੁਟੀ ਦੇ ਵਿੱਚ ਹੈ ਦਸਵੇਂ ਦੁਆਰ ਦਾ ਨਹੀਂ ਪਤਾ ਲੱਗਿਆ ਨਾ ਲੱਗਣਾ ਕਿਸੇ ਨੂੰ ਵੀ। ਤ੍ਰਿਕੁਟੀ ਛੁੱਟਾ, ਦਸਵਾਂ ਦੁਆਰ ਖੁੱਲ੍ਹਣਾ ਹੀ ਜ਼ਿਆਦਾ ਜਦ ਤ੍ਰਿਕੁਟੀ ਛੁੱਟਣੀ ਹੈ। ਤੇ ਖੁੱਲ੍ਹੇ ਤੋਂ ਬਾਅਦ ਹੀ ਪਤਾ ਲੱਗਣਾ ਨਾ। ਵਾਯ ਰੂਪ ਇਹ ਨੌ ਦੁਆਰਿਆਂ ਨਾਲ ਕਹਿੰਦਾ ਤੂੰ ਖੂਬ ਜੁੜਿਆ ਹੋਇਆ, ਘੁੰਮਦਾ ਨੌ ਦੁਆਰਿਆਂ 'ਚ। ਅੱਖਾਂ ਦਾ ਪਤਾ, ਨੱਕ ਦਾ ਪਤਾ, ਮੂੰਹ ਦਾ ਪਤਾ, ਕੰਨਾਂ ਦਾ ਪਤਾ। ਨੌ ਦੁਆਰਿਆਂ ਦਾ ਪਤਾ। ਪਿਸ਼ਾਬ ਰੁਕਦਾ ਉਹਦਾ ਵੀ ਪਤਾ ਲੱਗਦਾ, ਤਕਲੀਫ ਹੁੰਦੀ ਹੈ ਡਾਕਟਰ ਦੇ ਜਾਂਦਾ। ਕਬਜ਼ ਹੁੰਦੀ ਹੈ ਉਹਦਾ ਵੀ ਪਤਾ ਲੱਗਦਾ, ਲੈਟਰਾਂ ਲੱਗਦੀਆਂ ਨੇ ਉਹਦਾ ਵੀ ਪਤਾ ਲੱਗਦਾ। ਉਹਦਾ ਤਾਂ ਪਤਾ ਹੈ ਸਾਨੂੰ ਸਾਰਿਆਂ ਨੂੰ। ਬਿਮਾਰੀਆਂ ਚਿੰਬੜਦੀਆਂ ਨੇ ਇਹਨਾਂ ਨੂੰ, ਰੋਗ ਲੱਗਦੇ ਨੇ ਉਹਦਾ ਪਤਾ ਹੈ, ਇਲਾਜ ਹੁੰਦੇ ਨੇ। ਦਸਮ ਦੁਆਰ ਦੀ ਬਿਮਾਰੀ ਦਾ ਨਹੀਂ ਪਤਾ, ਉਹ ਬਿਮਾਰੀਆਂ ਉੱਥੇ ਨਹੀਂ ਪਤਾ, ਉਹ ਉੱਥੇ ਹੀ ਹੈ। ਉਹ ਉੱਥੇ ਦਾ ਦੱਸਿਆ ਹੈ ਉਤਲਾ ਦਸਮ ਦੁਆਰ ਦਾ। ਕਹਿੰਦਾ ਨੌ 'ਚ ਰਹਿਣਾ, ਦਸਵੇਂ ਦਾ ਦੱਸਿਆ ਸੀ ਉਤਲਾ
ਉਹ 10ਵੇਂ ਜਾ ਸੌਦਾ ਜਿੱਥੇ ਮਾਤਾ ਪਿਤਾ ਦਾ ਸਨੇਹ ਪਿਆ, ਮੋਹ ਕੂਪ। ਉਹ ਹੈ। ਨੌ ਦੁਆਰੇ 'ਚ ਖੂਬ ਫਿਰਦਾ ਤੂੰ, ਨੌ ਦੁਆਰੇ ਦੀ ਤੈਨੂੰ ਖੂਬ ਜਾਣਕਾਰੀ ਹੈ। ਬਾਏ ਰੂਪੰ ਅਸਥੰਭਨ। ਆ ਜਿਹੜੀ ਹਵਾ ਹੈ ਉਹ ਕਿੱਥੋਂ ਆਉਂਦੀ ਹੈ? ਚੱਲ ਪਤਾ ਫੇਫੜੇ 'ਚੋਂ ਆਉਂਦੀ ਹੈ, ਇਹ ਵੀ ਪਤਾ ਸਾਨੂੰ। ਇਹ ਥੰਮੀ ਹੈ ਤੇਰੇ ਕੋ ਬੈ ਹਵਾ ਦੀ। ਜਲ ਕੀ ਭੀਤ ਪਵਨ ਕਾ ਥੰਬਾ। रक्त बुल्द का गारा, रक्त बुल्द का गारा, वो शब्द सारा ही समाप करता, सारा ही शब्द करता समाप। हाड मास नाड़ी को पिंजर, पंखी बसे बेचारा। थमिया होया काहदे नाल है? हवा नाल। बाए हवा नूं कहंदे ने वायु। अस्थमण बाए दी थम्मी लगी हुई है। जिदण थां आउणा बंद हो गया दाड़ दे के थल्ले डिप्पणे ने। हवा दे आसरे ही खड़ा, जिवें टायर है हवा भरी हुई है। 200-300 क्विंटल चक्की खड़ा है, हवा निकल गई बेचारा चक्के दे खड़ू फिर नहीं रुड़ सकता अगे। हाँ जी। गोविंद नाम नह सिमरंत अज्ञानी जानंती अस्त्रं। गोविंद नामं न सिमरंती। जे तू गोविंद दा नाम नहीं ना सिमरदा हुण। अज्ञानी गोविंद कौन है? जिहड़ा साह लै रहा है, जिहदी वजह नाल हवा आ रही है, जिहदी वजह नाल शरीर थम्मिया होया है, ਉਹਦਾ ਗਿਆਨ ਨਹੀਂ ਨਾ ਲੈ ਰਿਹਾ ਵੀ ਕੌਣ ਹੈ, ਹਵਾ ਕਿੱਥੋਂ, ਸਾਹ ਕੌਣ ਲੈ ਰਿਹਾ, ਸਾਹ ਲੈਂਦੀ ਸਭ ਲਵਾਇਆ। ਗੋਬਿੰਦ ਨਾਮ ਨਹਿ ਸਿਮਰੰਤ। ਜੇ ਉਹਦਾ ਗਿਆਨ ਨਹੀਂ ਸਿਮਰਦਾ, ਉਹਦੇ ਚੇਤਾ ਨਹੀਂ ਤੈਨੂੰ ਆਇਆ ਸਾਹ ਲੈਣ ਵਾਲੇ ਦਾ ਕੌਣ ਲੈਂਦਾ ਨਾ। ਸਾਹ ਦਾ ਪਤਾ, ਸਾਹ ਲੈਣ ਵਾਲੇ ਦਾ ਨਹੀਂ ਪਤਾ। ਸਾਹ ਜਿਹਦੀ ਵਜ੍ਹਾ ਨਾਲ ਆ ਰਿਹਾ ਉਹਦਾ ਗਿਆਨ ਨਹੀਂ, ਸਾਹ ਦਾ ਗਿਆਨ ਹੈ ਤੈਨੂੰ। ਸਿਰਫ ਹਵਾ ਦਾ ਤਾਂ ਗਿਆਨ ਹੈ ਤੈਨੂੰ, ਸਾਹ ਦਾ। और साह जो लै रहा अंदर खिंच रहा वह नहीं पता, वह सिमरन कर। साह वाला देख, साह लैन वाले नूं देख। साह नाल ना जोड़, साह लैन वाले नूं जोड़। ये तो साह ना जोड़ रहे ने, श्वास श्वास नाल। साह लैन वाले ना क्यों नहीं जोड़ते? गोबिंद साह नाल काहदे जोड़ते ने? साह गाहां नूं खिंचो जी, साह पिछे नूं खिंचो जी। साह लैन वाला वो कित्थे गया? अज्ञानी जानंती अस्त्रं। ये अज्ञानी ने सारे ही जानंती अस्त्रं। ये अस्थिर चीज़ नूं जानते ने, स्थिर चीज़ नूं नहीं जानते। साह तां अस्थिर चीज़ है, आया और गया, आया। साह किते रुकदा है? साह रुकया गया, साह रुकया और गया। चलदा साह है, रुकया होया कुछ डेड, रुकी डेड बॉडी। ये चलायमान चीज़ नूं जानदा, मन चलायमान है। अस्थिर नाल जुड़िया होया है। साह लैण वाला स्थिर है, साह अस्थिर है। जिहड़े साह नाल जुड़दे ने अस्थिर रहणगे, स्थिर हो ही नहीं सकदा मन उन्हां दा, उन्हां दे अंदर टिका आ ही नहीं सकदा। ਜਿਹੜੇ ਸਾਹ 'ਚ ਧਿਆਨ ਰੱਖਣਗੇ ਉਹ ਸਥਿਰ ਨਹੀਂ ਹੋ ਸਕਦੇ, ਅਸਥਿਰ ਰਹਿਣਗੇ। ਉਹ ਮਾਇਆ ਨਾਲ ਜੁੜੇ ਹੋਏ ਨੇ, ਹਵਾ ਨਾਲ ਜੁੜੇ ਹੋਏ ਨੇ। ਹਵਾ ਡੋਲਣੀ ਹੈ, ਮਾਇਆ ਡੋਲਣੀ ਹੈ। ਉਹ ਤਾਂ ਮਾਇਆ ਦਾ, ਉਹ ਤਾਂ ਮਾਇਆ। ਅਸਥਿਰ ਕਿਵੇਂ ਹੋ ਜਾਣਗੇ ਉਹ? ਅਸਥਿਰ ਕੌਣ ਹੈ? ਅਸਥਿਰ ਤਾਂ ਗੋਬਿੰਦ ਹੈ, ਜਿਹੜਾ ਸਾਹ ਲੈ ਰਿਹਾ ਆਪ ਟਿਕਿਆ ਹੋਇਆ। ਸਾਹ ਚੱਲ ਰਿਹਾ, ਸਾਹ ਚੱਲ ਰਿਹਾ, ਉਹ ਲੈਣ ਵਾਲਾ ਨਹੀਂ ਚੱਲ ਰਿਹਾ। ਸਾਹ ਲੈਣ ਵਾਲਾ ਆਪ ਨਹੀਂ ਚੱਲ ਰਿਹਾ, ਸਾਹ ਚੱਲ ਰਿਹਾ। ਉਹ ਸਾਹ ਲੈਣ ਵਾਲੇ ਨਾਲ ਜੁੜੋ। ਤੁਸੀਂ ਸਾਹ ਤੇ ਕੀ ਲੈਣਾ? ਸਾਹ ਤੁਹਾਡੇ ਵਾਸਤੇ ਨਹੀਂ, ਸਾਹ ਸਰੀਰ ਵਾਸਤੇ ਹੈ। ਸਰੀਰ ਦਾ ਥੰਮ ਹੈ ਸਾਹ। ਸਰੀਰ ਨੂੰ ਥੰਮਣ ਵਾਲਾ, ਤੈਨੂੰ ਥੰਮਣ ਵਾਲਾ ਸਾਹ ਨਹੀਂ ਹੈ। ਤੈਨੂੰ ਥੰਮਣ ਵਾਲਾ ਗੋਬਿੰਦ ਹੈ। ਮਨ ਨੂੰ ਥੰਮਣ ਵਾਲਾ ਗੋਬਿੰਦ ਹੈ। ਜੇ ਮਨ ਨੇ ਆਪ ਟਿਕਣਾ ਤਾਂ ਗੋਬਿੰਦ ਨਾਲ ਜੁੜੇ। ਜੇ ਸਾਹ ਤੇ ਉਹਨੇ ਕੀ ਲੈਣਾ ਹੈ? ਸਾਹ ਨਾਲ ਜੁੜ ਕੇ ਨਹੀਂ ਥਿਰ ਹੋ ਸਕਦਾ। ਅਸਲ ਮੌਤ ਦਾ ਫਿਕਰ ਹੈ ਲੋਕਾਂ ਨੂੰ, ਵੀ ਸਾਹ ਨਾ ਆਇਆ ਤਾਂ ਗਏ। अपने योग शक्ति नाल साह चलता ही रहूगा जो साह नाल ध्यान रखांगे। ऐ सोचते ने रख लिया किसी ने चलता साह फिर इत्थे। हाँ जी।
ਦੁਰਲਭ ਦੇਹ ਉਦਰਹੰਤ ਸਾਧ ਸ਼ਰਨ ਨਾਨਕ। ਦੁਰਲਭ ਦੇਹੀ ਹੈ ਜਿਹੜੀ, ਦੁਰਲਭ ਦੇਹ ਉਦਰਹੰਤ ਸਾਧ ਸ਼ਰਨ ਨਾਨਕ। ਜਿਹੜੀ ਦੁਰਲਭ ਦੇਹੀ ਹੈ, ਬਾਹਰਲੀ ਦੇਹੀ ਵੀ ਦੁਰਲਭ ਹੈ। ਇਹਦਾ ਉਧਾਰ, ਇਹਦਾ ਜਾਂ ਪੂਰਾ ਮੁੱਲ ਪੈ ਜਾਵੇ ਤਾਂ ਉਧਾਰ ਹੁੰਦਾ। ਜੇ ਇਹਦੇ 'ਚ ਆ ਕੇ ਪੂਰਾ ਕੰਮ ਕਰ ਲਿਆ, ਇਹਦਾ ਵੀ ਉਧਾਰ ਹੋ ਗਿਆ ਨਾ। ਦੁਰਲਭ ਦੇਹ ਉਦਰਹੰਤ, ਉਦਰੰਤ, ਅੰਦਰਲੀ ਦੇਹੀ ਦਾ, ਜਿਹੜੀ ਗੁਪਤ ਦੇਹੀ ਆ, ਉਹਦਾ ਉਧਾਰ ਤਾਂ ਹੁੰਦਾ। ਸਾਧ ਸ਼ਰਨ ਨਾਨਕ। ਸਾਧ ਸ਼ਰਨ ਨਾਨਕ, ਜੇ ਜਿਹੜਾ ਅੰਤਰਾਤਮਾ ਹੈ, ਸਾਧ ਹੈ, ਉਹਦੀ ਸ਼ਰਨ ਜਾਵੇ। ਜਿਹੜਾ ਸਾਹ ਲੈ ਰਿਹਾ ਗੋਬਿੰਦ, ਉਹਦੀ ਸ਼ਰਨ ਚਲਾ ਜਾਵੇ, ਉਹਦੇ ਨਾਲ ਜੁੜ ਜਾਵੇ। ਹਰ 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 ਹਰੇ ਜਪੰਤ। ਹਰ 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 ਹਰੇ ਜਪੰਤ। ਹਰ ਜਿਹੜਾ ਤਾਂ ਹਰ ਹੈ ਹੀ। ਇਹ ਆਪ ਵੀ ਹਰ ਹੋ ਜਾਵੇ ਤਾਂ ਗੱਲ ਬਣਨੀ ਹੈ, ਉਹਦੇ ਵਰਗਾ ਹੀ ਹੋ ਜਾਵੇ। ਆਪ ਉਹਦੇ ਵਰਗਾ ਬਣੇ ਤੇ ਗੱਲ ਬਣੂਗੀ। ਹਰ ਹਰੇ, ਹਰ ਹਰੇ ਜਪੰਤੀ। ਜਿਹੜਾ ਹਰ ਸਾਰਿਆਂ ਨੂੰ ਹਰੇ ਕਰ ਰੱਖਣ ਵਾਲਾ ਸਰੀਰ ਨੂੰ, ਜਿਹਦੀ ਵਜ੍ਹਾ ਨਾਲ ਸਾਹ ਚੱਲਦਾ ਹੈ, ਜਿਹਦੀ ਵਜ੍ਹਾ ਨਾਲ ਸਰੀਰ ਦਾ ਖਾਣਾ ਹਜਮ ਹੁੰਦਾ ਹੈ। ਮਸ਼ੀਨਰੀ ਸਾਰੀ ਅੰਦਰ ਵਾਲੀ ਚੱਲਦੀ ਹੈ, ਜਿਹਦੇ ਨਾਲ ਫੇਫੜਾ ਚੱਲਦਾ, ਮਸ਼ੀਨਰੀ ਉਹਦੇ ਨਾਲ ਚੱਲਦੀ ਹੈ। ਕਹਿੰਦਾ ਵੀ ਅੱਜ ਭੁੱਖ ਨਹੀਂ ਲੱਗੀ। ਕਿਉਂ ਨਹੀਂ ਲੱਗੀ ਬਈ? ਭੁੱਖ ਲਾਉਣੀ ਸਾਡੇ ਵੱਸ ਦੀ ਗੱਲ ਨਹੀਂ ਹੈ, ਹਜਮ ਕਰਨੀ ਵੀ ਸਾਡੇ ਵੱਸ ਦੀ ਗੱਲ ਨਹੀਂ ਚੀਜ਼। ਤੇ ਸਾਹ ਲੈਣਾ ਵੀ ਸਾਡੇ ਵੱਸ ਦਾ ਨਹੀਂ। ਸਾਡੇ ਵੱਸ ਦਾ ਫਿਰ ਹੈ ਕੀ? ਸਾਡੇ ਵੱਸ ਦਾ ਸਰੀਰ ਤੋਂ ਕੰਮ ਲੈਣਾ ਹੀ ਹੈ। ਹੱਥ ਪੈਰ ਕਰ ਕੰਮ, ਸਭ ਕੰਮ ਤਾਂ ਅਸੀਂ ਉਹ ਲੈਂਦੇ ਹਾਂ, ਪਰ ਮਸ਼ੀਨਰੀ ਸਾਡੇ ਵੱਸ ਦੀ ਗੱਲ ਨਹੀਂ। ਉਹ ਸਾਡੇ ਵੱਸ ਤੋਂ ਪਰੇ ਹੈ। ਚਲਾਉਂਦਾ ਕੋਈ ਮਸ਼ੀਨਰੀ ਨੂੰ, ਕੋਈ ਹੋਰ ਚਲਾਉਂਦਾ। ਡਰਾਈਵਰ ਜ਼ਰੂਰ ਗੱਡੀ ਨੂੰ ਚਲਾਉਂਦਾ, ਠੀਕ ਹੈ, ਪਰ ਪਹੀਆਂ ਨੂੰ ਤਾਂ ਕੋਈ ਹੋਰ ਫੋਰਸ ਗੇੜ ਰਹੀ ਹੈ ਨਾ। ਜਿਹੜੀ ਗੱਡੀ ਚੱਲ ਰਹੀ ਹੈ ਉਹ ਤਾਂ ਕਿਸੇ ਹੋਰ ਤਾਂ ਇੰਜਣ ਦੀ ਤਾਕਤ ਨਾਲ ਚੱਲ ਰਹੀ ਹੈ ਨਾ, ਡਰਾਈਵਰ ਦੀ ਤਾਕਤ ਨਾਲ ਥੋੜ੍ਹੀ ਚੱਲ ਰਹੀ ਹੈ ਗੱਡੀ। ਬਸ ਅਸੀਂ ਤਾਂ ਡਰਾਈਵਰ ਹਾਂ। ਇਹ ਜਿਹੜੀ ਸਰੀਰ ਰੂਪੀ ਗੱਡੀ ਦੇ ਡਰਾਈਵਰ ਹਾਂ। ਫੋਰਸ ਕੋਈ ਹੋਰ ਹੈ ਜਿਹਦੀ ਸ਼ਕਤੀ ਨਾਲ ਚੱਲਦਾ ਹੈ। ਉਹ ਡੀਜ਼ਲ ਵੀ ਵਿੱਚੇ ਹੀ ਆ ਗਿਆ, ਉਹਦੇ ਪੈਟਰੋਲ ਵੀ ਵਿੱਚੇ ਹੀ ਆ ਗਿਆ। ਜੋ ਖੁਰਾਕ ਖਾਂਦੇ ਆ ਉਹਦੇ 'ਚ ਜਿਹੜਾ ਰਸ ਆਉਂਦਾ ਉਹ ਵੀ ਵਿੱਚੇ ਆ ਗਿਆ, ਉਹ ਵੀ ਫੋਰਸ ਹੈ। ਪਰ ਸਾਹ ਲੈਣ ਵਾਲੀ ਫੋਰਸ ਚੇਤਨ ਔਰ ਜੜ ਦੋਏ ਫੋਰਸਾਂ ਨੂੰ ਚੱਲਦਾ ਹੈ। ਹੁਣ ਡਰਾਈਵਰ ਚੇਤਨ ਫੋਰਸ ਹੈ, ਡਰਾਈਵਰ ਦੇ ਵਿੱਚ ਚੇਤਨ ਸ਼ਕਤੀ ਹੈ, ਤੇ ਸਰੀਰ ਦੇ ਇੰਜਣ ਜੜ ਸ਼ਕਤੀ ਨਾਲ ਚੱਲਦਾ। ਦੋਏ ਸ਼ਕਤੀਆਂ ਦੇ ਮੇਲ ਨਾਲ ਗੱਡੀ ਚੱਲੂਗੀ। ਕੱਲਾ ਨਾ ਡਰਾਈਵਰ ਕੱਲਾ ਚਲਾ ਸਕੇ, ਨਾ ਕੱਲੀ ਗੱਡੀ ਚੱਲ ਸਕੇ। ਦੋਏ ਮਿਲ ਕੇ ਹੀ ਚੱਲਣਗੇ।